PM ਇੰਨੇ ਫ੍ਰੀ ਨਹੀਂ ਹੈਗੇ, ਇੰਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਕਿ ਕਿਸਾਨਾਂ ਨਾਲ ਜਾ ਕੇ ਗੱਲ ਕਰਨੇ। ਭਾਜਪਾ ਕਹਿਦੀ ਹੈ ਕਾਨੂੰਨ ਲਿਆਉਣ ਦੇ ਲਈ ਬੜੀ ਉਹਦੇ ਕੋਲ ਫੁਰਸਤ ਮਿਲ ਜਾਂਦੀ, ਬਹੁਤ ਛੇਤੀ ਪਾਸ ਹੋ ਜਾਂਦੀਆਂ ਸਾਰੀਆਂ ਚੀਜ਼ਾਂ। ਜਿਹੜੇ ਵਿਦੇਸ਼ੀ ਦੌਰੇ ਪਿਛਲੇ ਸਾਲਾਂ ਦੇ ਵਿੱਚ, ਉਹ ਤਾਂ ਲੋਕਡਾਊਨ ਲੱਗ ਗਿਆ, ਸਭ ਤੋਂ ਪਹਿਲਾਂ ਇਹ ਘਰੇ ਬੈਠ ਗਿਆ। ਨਹੀਂ ਤਾਂ ਜਿੰਨੇ ਵਿਦੇਸ਼ੀ ਦੌਰੇ ਇਹਨੇ ਕੀਤੇ ਹੋਣੇ, ਮੈਨੂੰ ਲੱਗਦਾ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਕੀਤੇ। ਹੁਣ ਜਿਹਦੇ ਕੋਲ ਇੰਨੀ ਫੁਰਸਤ ਆ, ਇੰਨੀ ਵੇਲ ਆ, ਮੋਰ ਦੇ ਨਾਲ ਫੋਟੋਆਂ ਕਰਾਈ ਜਾਂਦਾ, ਸੜੀਆਂ ਹੋਈਆਂ ਇੰਟਰਵਿਊਆਂ ਅਕਸ਼ੇ ਕੁਮਾਰ ਵਰਗਿਆਂ ਨੂੰ ਦਈ ਜਾਂਦਾ, ਇਹੋ ਜਿਹੀਆਂ ਚੀਜ਼ਾਂ ਲਈ ਵੇਲ ਹੈਗਾ। ਇਹ ਤਾਂ ਸਿਰਫ ਫਾਲਤੂ ਦੀਆਂ ਗੱਲਾਂ ਨੇ ਵੀ ਸਾਡੇ ਕੋਲ ਤਾਂ ਜੀ ਵੇਲ ਨਹੀਂ ਹੈਗਾ। ਤਾਂ ਲੱਗਦਾ ਕਿ ਜਦੋਂ ਸਾਰਿਆਂ ਨੂੰ ਸੈੱਟ ਕਰ ਦਿੱਤਾ ਗਿਆ, ਰਾਜਨਾਥ ਨੇ ਸੈੱਟ ਕਰ ਲਏ ਬੰਦੇ ਆਪਣੇ ਕਿਸਾਨੀ ਦੇ ਵਿੱਚ ਜੋ ਵੀ ਹੈਗੇ ਨੇ, ਫਿਰ ਪੰਜਾਬ ਵਾਲੇ ਰੁੱਖ ਕਰਨਗੇ, ਫਿਰ ਪੰਜਾਬ ਵਾਲੇ ਮੰਨ ਜਾਣਗੇ। ਉਹਨਾਂ ਨੇ ਦੇਖਿਆ ਨਹੀਂ ਵੀ ਲੋਕ ਤਾਂ ਇੱਥੇ ਵੱਡੇ ਵੱਡੇ ਤਖਤ ਪਲਟਾ ਦਿੱਤੇ ਜਾਂਦੇ ਆ, ਤੇ ਇਹ ਜਿਹੜੇ ਇਹਨਾਂ ਦੇ ਜਿਹੜੇ ਹਿਟਲਰ ਮੁਸਲਿਨੀ ਵਰਗੇ ਆ, ਉਹਨਾਂ ਨੂੰ ਖੁਦਕੁਸ਼ੀਆਂ ਕਰਨੀਆਂ ਪਈਆਂ ਸੀ, ਫਾਹੇ ਟੰਗਤਾ ਸੀ ਮੁਸਲਿਨੀ ਨੂੰ ਚਰਾਹੇ ਦੇ ਵਿੱਚ। ਇਹ ਲੋਕ ਹੀ ਹੁੰਦੇ ਨੇ ਜਿਨ੍ਹਾਂ ਦਾ ਜਦੋਂ ਉਬਾਲ ਉੱਠਦਾ ਤਾਂ ਇਕੱਲਾ ਫਿਰ ਖੇਤੀ ਆਰਡੀਨੈਂਸ ਨਹੀਂ, ਜਿੰਨੀਆਂ ਲੋਕ ਵਿਰੋਧੀ ਨੀਤੀਆਂ ਪਾਸ ਹੋਈਆਂ ਨੇ ਪਿਛਲੇ ਸਮਿਆਂ ਦੇ ਵਿੱਚ, ਜਿੰਨੀ ਭਾਜਪਾ ਨੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ, ਉਹਨਾਂ ਸਾਰਿਆਂ ਦੇ ਵਿਰੁੱਧ ਗੁੱਸਾ ਹੁਣ ਸੜਕਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਆਉਣ ਵਾਲੇ ਨੇ ਤੇ ਵਧਣਗੇ ਵੀ। ਬੀਜੇਪੀ ਕਿਸੇ ਨੂੰ ਸਮਰਥਨ ਦੇ ਨਾ ਦੇ, ਪਰ ਬੀਜੇਪੀ ਪੰਜਾਬ ਵਿੱਚ 2022 ਹਿੱਕ ਠੋਕ ਕੇ ਕਹਿੰਦੇ ਨੇ ਕਿ ਸਾਡੀ ਸਰਕਾਰ ਬਣ ਜਾਏਗੀ। ਮੈਂ ਕਹਿੰਦੀ ਹਾਂ ਜਿਹੜੇ ਇਹੋ ਜਿਹੇ ਕਹਿ ਰਹੇ ਨੇ ਨਾ ਹਿੱਕ ਠੋਕ ਕੇ, ਉਹ ਕਿਸੇ ਵੀ ਪਿੰਡ 'ਚ ਚਲੇ ਜਾਣ ਅੱਜ ਦੇ ਸਮੇਂ 'ਚ, ਬਸ ਭਾਜਪਾ ਦਾ ਗਲੇ ਦੇ ਵਿੱਚ ਪਾਇਆ ਹੋਣਾ ਚਾਹੀਦਾ ਉਹਨਾਂ ਦੇ ਵੀ ਅਸੀਂ ਭਾਜਪਾ ਦੇ ਬੰਦੇ ਆ। ਛਿੱਤਰ ਇੰਨੇ ਮਾਰਨਗੇ, ਤੁਸੀਂ ਉਹ ਵੀਡੀਓ ਦੇਖੀ ਨਹੀਂ, ਟਰਾਲੀ ਦੇ ਨਾਲ ਕੁੜਤਾ ਪਜਾਮਾ ਪਾਇਆ, ਉੱਤੇ ਮੋਦੀ ਦੀ ਫੋਟੋ ਲੱਗੀ ਹੈ, ਜਵਾਕ ਕੁੱਟੀ ਜਾਂਦੇ ਜੁੱਤੀਆਂ ਦੇ ਨਾਲ। ਫਿਰ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵੀ ਇੱਥੇ ਦੋਗਲਾਪਨ ਕਰ ਰਹੀ ਹੈ, ਜਾਂ ਕਾਂਗਰਸ ਵਾਕਈ ਕਿਸਾਨਾਂ ਦੇ ਨਾਲ ਖੜੀ ਹੈ? ਇਹੀ ਉਹ ਰਾਹੁਲ ਗਾਂਧੀ ਹੈ ਨਾ, ਜਿਹੜਾ ਹੁਣ ਯੂਪੀ ਦੇ ਵਿੱਚ ਬਲਾਤਕਾਰ ਦੀ ਘਟਨਾ ਹੋਈ ਹੈ, ਉਹ ਮਨੀਸ਼ਾ ਲੜਕੀ ਦੇ ਪਰਿਵਾਰ ਨੂੰ ਜਾ ਕੇ ਜੱਫੀਆਂ ਪਾਉਂਦਾ ਕਿ 84 ਦੇ ਵਿੱਚ ਨਹੀਂ ਕੁੜੀਆਂ ਦੀ ਪੱਤ ਰੋਲੀ ਗਈ ਸੀ, ਕਿ ਦਿੱਲੀ ਦੇ ਵਿੱਚ ਇਹਨਾਂ ਦੇ ਜਗਦੀਸ਼ ਟਾਈਟਲਰ ਵਰਗਿਆਂ ਨੇ ਨਹੀਂ ਉੱਥੇ ਜ਼ਿੰਮੇਵਾਰ, ਉਹ ਉੱਥੇ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਹੋਏ ਬਲਾਤਕਾਰ ਦੇ ਲਈ। ਜਦੋਂ ਮੀਡੀਆ ਸਿਰਫ ਬਲਾਈਂਡ ਸਾਈਡ ਕੀਤਾ ਪਿਆ, ਮੀਡੀਆ ਅੱਜ ਦੇ ਸਮੇਂ 'ਚ ਵੀ ਸੰਘਰਸ਼ ਜਿਹੜੇ ਪੰਜਾਬ 'ਚ ਹੋ ਰਹੇ ਨੇ ਇਹ ਨਹੀਂ ਦਿਖਾ ਰਿਹਾ। ਮੀਡੀਆ ਸਿਰਫ ਇਹ ਦਿਖਾ ਰਿਹਾ ਵਾ ਬਈ ਦੀਪਿਕਾ ਪਾਦੂਕੋਣ ਉਹਦੇ ਕੋਲ ਮਾੜਾ ਜੀ ਡਰੱਗਸ ਮਿਲ ਗਈਆਂ, ਹੋਰ ਸੁਸ਼ਾਂਤ ਰਾਜਪੂਤ ਵਾਲਾ ਕੇਸ ਚੱਕ ਲਿਆ, ਹੋਰ ਕਿਸੇ ਦਾ ਕੁੱਤਾ ਬਿੱਲਾ ਮਰ ਗਿਆ, ਕੋਈ ਇਹੋ ਜਿਹੀਆਂ ਚੀਜ਼ਾਂ ਚੱਕ ਕੇ ਦਿਖਾਈ ਜਾਂਦਾ। ਮੀਡੀਆ ਕੋਲ ਖਬਰਾਂ ਬਣਾਉਣੀਆਂ ਪੈ ਰਹੀਆਂ ਉਹਨਾਂ ਨੂੰ ਤਾਂ ਕਿ ਆਹ ਸਾਰੀਆਂ ਚੀਜ਼ਾਂ ਲੁਕੀਆਂ ਰਹਿਣ। ਕਿ ਭਗਤ ਸਿੰਘ ਕਿਤੇ ਵੀ ਉਹਨਾਂ ਦੀ ਆਤਮਾ ਹੁੰਦੀ ਹੋਏਗੀ, ਉਹ ਵੀ ਕਿਤੇ ਨਾ ਕਿਤੇ ਰੋਂਦੀ ਹੋਏਗੀ ਵੀ ਕਿਹੋ ਜਿਹੇ ਹੱਥਾਂ ਵਿੱਚ ਦੇਸ਼ ਚਲਾ ਗਿਆ। ਭਗਤ ਸਿੰਘ ਨੇ ਤਾਂ ਉਦੋਂ ਹੀ ਕਹਿਤਾ ਸੀ 1931 'ਚ ਫਾਂਸੀ ਲੱਗਣ ਤੋਂ ਪਹਿਲਾਂ ਵੀ ਜੇ ਆਜ਼ਾਦੀ ਗਾਂਧੀ ਨਹਿਰੂ ਦੇ ਹੱਥੋਂ ਆਉਂਦੀ ਆ, ਫਿਰ ਇੱਥੇ ਆਜ਼ਾਦੀ ਨਹੀਂ ਹੋਊਗੀ, ਇੱਥੇ ਸਿਰਫ ਸੱਤਾ ਦੀ ਬਦਲੀ ਹੋਊਗੀ, ਇੱਥੇ ਸਿਰਫ ਰੰਗ ਬਦਲੂਗਾ ਸਾਡੇ ਹਾਕਮਾਂ ਦਾ, ਉਹ ਗੋਰਿਆਂ ਤੋਂ ਕਾਲੇ ਹੋ ਜਾਣਗੇ, ਭੂਰੇ ਹੋ ਜਾਣਗੇ, ਪਰ ਹਾਲਤਾਂ ਸਾਡੀਆਂ ਉਹੀ ਬਣੀਆਂ ਰਹਿਣਗੀਆਂ। ਤੇ ਇਹਦੇ ਬਾਰੇ ਉਹਨੇ ਸੁਚੇਤ ਕੀਤਾ ਸੀ ਵੀ ਸਾਨੂੰ ਇਹਨਾਂ ਦੇ ਪਿੱਛੇ ਲੱਗਣ ਤੋਂ ਰੁਕਣਾ ਚਾਹੀਦਾ, ਬਾਜ਼ ਆਉਣਾ ਚਾਹੀਦਾ। ਪੰਜਾਬ ਦੇ ਕਿਸਾਨ ਜਿਸ ਤਰੀਕੇ ਨਾਲ ਧਰਨੇ ਤੇ ਬੈਠੇ ਹੋਏ ਨੇ, ਤਾਂ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਉੱਥੇ ਸ਼ਮੂਲੀਅਤ ਕਰ ਰਿਹਾ ਤੇ ਕਿਸਾਨਾਂ ਦੇ ਨਾਲ ਧਰਨੇ ਵਿੱਚ ਡਟ ਕੇ ਖੜੇ ਨੇ। ਚਾਹੇ ਵਿਦਿਆਰਥੀ ਕਹਿ ਲਈਏ, ਗਾਇਕ ਕਹਿ ਲਈਏ, ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਕਿਸਾਨਾਂ ਦੇ ਨਾਲ ਸਮਰਥਨ ਕਰਦੇ ਨੇ। ਸ਼ੰਭੂ ਬਾਰਡਰ ਤੇ ਵੀ ਜਿਹੜਾ ਲਗਾਤਾਰ ਧਰਨਾ ਜਾਰੀ ਹੈ। ਹੁਣ ਵਿਦਿਆਰਥੀਆਂ ਨੂੰ ਲੈ ਕੇ ਵੀ ਇੱਕ ਸ਼ਸ਼ਪਨ ਬਣਿਆ ਹੋਇਆ ਸੀ ਕਿ ਵਿਦਿਆਰਥੀ ਕਿਸ ਦੀ ਸਪੋਰਟ ਕਰਦੇ ਨੇ ਜਾਂ ਵਿਦਿਆਰਥੀਆਂ ਦੇ ਸਮੇਂ ਕੀ ਰੁਖ ਹੈ। ਅਸੀਂ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਅਮਨ ਨੇ ਲਲਕਾਰ ਵੱਲੋਂ, ਤੇ ਆਪਾਂ ਉਹਨਾਂ ਕੋਲ ਜਾਣਾਂਗੇ ਕਿ ਜੋ ਇਹ ਸਭ ਕੁਝ ਚੱਲ ਰਿਹਾ ਬਿੱਲਾਂ ਨੂੰ ਲੈ ਕੇ ਕੌਣ ਕਿਹੜੇ ਪਾਸੇ ਹੈ। ਕਲਾਕਾਰਾਂ ਦੀ ਗੱਲ ਕਰ ਲਈਏ, ਕਲਾਕਾਰਾਂ ਦੇ ਖਿਲਾਫ ਵੀ ਬਿਆਨ ਆ ਜਾਂਦੇ ਨੇ ਕਿ ਕਲਾਕਾਰ ਜਿਹੜੇ ਨੇ ਉਹ ਦੋ ਫਾੜ ਹੋ ਗਏ ਨੇ। ਧਰਨਿਆਂ ਦੀ ਵੀ ਗੱਲ ਕਰ ਲਈਏ ਕਿ ਧਰਨੇ ਵੀ ਦੋ ਫਾੜ ਹੋ ਗਏ ਨੇ, ਵੀ ਅਲੱਗ-ਅਲੱਗ ਜਥੇਬੰਦੀਆਂ ਨੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਪ੍ਰੋਟੈਸਟ ਕਰਦੇ ਨੇ। ਇਹ ਕਿੰਨਾ ਕੁ ਸਹੀ ਹੈ? ਉਸ ਨਾਲ ਵੱਡਾ ਮੁੱਦਾ ਇਹ ਕਿ ਬੀਜੇਪੀ ਜੋ ਕੇਂਦਰ ਸਰਕਾਰ ਹੈ ਉਹ ਬਿੱਲ ਨੂੰ ਵਾਪਸ ਕਰੇਗੀ। ਕੋਈ ਕਹਿੰਦੇ ਨੇ ਕਿ ਸੋਧ ਕਰਨ ਦੀ ਲੋੜ ਹੈ, ਪਰ ਕੋਈ ਕਹਿੰਦੇ ਵੀ ਸੋਧ ਕਰਨ ਦੀ ਲੋੜ ਨਹੀਂ, ਸਾਰੇ ਹੀ ਬਿੱਲ ਵਾਪਸ ਕਰੇਗੀ ਸਰਕਾਰ, ਤਾਂ ਅਸੀਂ ਅੱਗੇ ਜਾ ਕੇ ਕੁਝ ਸੋਚ ਸਕਦੇ ਹਾਂ। ਇੱਕ ਚਿੱਠੀ ਵੀ ਆ ਜਾਂਦੀ ਹੈ ਸਰਕਾਰ ਵੱਲੋਂ, ਤਾਂ ਨਹੀਂ ਕਹਿ ਸਕਦੇ, ਡਿਪਾਰਟਮੈਂਟ ਵੱਲੋਂ ਚਿੱਠੀ ਆ ਜਾਂਦੀ ਹੈ। ਉਸ ਚਿੱਠੀ ਦੇ ਉੱਤੇ ਕਿਸਾਨਾਂ ਨੇ ਜਵਾਬ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੇ। ਪੰਜਾਬ ਦਿੱਲੀ ਨਾ ਜਾਵੇ, ਦਿੱਲੀ ਵਾਲੇ ਪੰਜਾਬ 'ਚ ਆਉਣ ਅਤੇ ਇੱਥੇ ਆ ਕੇ ਸਾਡੇ ਨਾਲ ਮੀਟਿੰਗ ਕਰਨ। ਇਹ ਵੀ ਹੁਣ ਚਰਚਾ ਹੋ ਰਹੀ ਹੈ ਕਿ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਕਿਸਾਨਾਂ ਦੇ ਨਾਲ ਰਾਜਨਾਥ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਪੰਜਾਬ ਨੂੰ ਇਸ ਤੋਂ ਅਲੱਗ ਹੀ ਰੱਖਿਆ ਗਿਆ ਕਿਉਂਕਿ ਪੰਜਾਬ ਵਾਲੇ ਨਹੀਂ ਚਾਹੁੰਦੇ ਕਿ ਉਹ ਦਿੱਲੀ ਜਾਣ। ਆਪਾਂ ਅਮਨ ਕੋਲ ਜਾਣਾਂਗੇ ਕਿ ਇਹ ਸ਼ਸ਼ਪਨ ਬਣੇ ਹੋਇਆ ਹੈ। ਅਮਨ ਜੀ, ਮੇਰਾ ਪਹਿਲਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਹੁਣ ਆਪਾਂ ਦੇਖਿਆ ਕਿ ਕਿਸਾਨਾਂ ਦੇ ਧਰਨੇ ਲੱਗੇ ਹੋਏ ਨੇ, ਕੋਈ ਅਲੱਗ-ਅਲੱਗ ਵੀ ਲਗਾ ਰਿਹਾ ਧਰਨੇ, ਗਾਇਕਾਂ ਦੀ ਗੱਲ ਕਰ ਲਈਏ, ਤੁਹਾਨੂੰ ਕੀ ਲੱਗਦਾ ਕਿ ਇੱਕ ਏਜੰਡਾ ਹੈਗਾ ਕਿ ਬਦਨਾਮ ਕਰਨਾ ਧਰਨਿਆਂ ਨੂੰ ਜਾ ਕੇ, ਜਾਂ ਗਾਇਕਾਂ ਦੇ ਅਲੱਗ-ਅਲੱਗ ਧਰਨੇ ਨੂੰ ਲੈ ਕੇ ਬਦਨਾਮ ਕੀਤਾ ਜਾ ਰਿਹਾ? ਅਸਲ ਵਿੱਚ ਹੁੰਦਾ ਕੀ ਹੈ ਵੀ ਇਹ ਸੰਘਰਸ਼ ਆ ਜਿਹੜਾ ਵਿੱਢੀਆਂ ਜਥੇਬੰਦੀਆਂ ਨੇ, ਲੋਕਾਂ ਦੀਆਂ ਜਥੇਬੰਦੀਆਂ, ਕਿਸਾਨਾਂ ਦੀਆਂ ਜਥੇਬੰਦੀਆਂ, ਜਾਂ ਹੋਰ ਜਿੰਨੀਆਂ ਵੀ ਲੋਕ ਪੱਖੀ ਜਥੇਬੰਦੀਆਂ ਨੇ, ਉਹਨਾਂ ਸਾਰੀਆਂ ਨੇ ਮਿਲ ਕੇ ਸੰਘਰਸ਼ ਲੜਨਾ ਸ਼ੁਰੂ ਕੀਤਾ ਸੀ। ਅਸਲ ਵਿੱਚ ਕਿਸੇ ਵੀ ਸੰਘਰਸ਼ ਦੇ ਵਿੱਚ ਅਗਵਾਈ ਤੇ ਉਹਨੂੰ ਸਿਰੇ ਤੱਕ ਪਹੁੰਚਾਉਣਾ ਕੰਮ ਲੋਕ ਜਥੇਬੰਦੀਆਂ ਦਾ ਹੀ ਹੁੰਦਾ, ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਉਹਨਾਂ ਲੋਕਾਂ ਵਿੱਚ ਭਰੋਸਾ ਰਹਿ ਕੇ ਜਿੱਤਿਆ ਹੁੰਦਾ ਤੇ ਕੰਮ ਕੀਤਾ ਹੁੰਦਾ। ਅੱਜ ਵੀ ਜਿੱਥੇ ਕਿਤੇ ਵੀ ਲੋਕ ਸੰਘਰਸ਼ ਕਰ ਰਹੇ ਨੇ, ਲੜ ਰਹੇ ਨੇ, ਮੁੱਖ ਤੌਰ ਤੇ ਤਾਂ ਉਹਨਾਂ ਜਥੇਬੰਦੀਆਂ ਦਾ ਹੀ ਸੰਘਰਸ਼ ਆ। ਬਹੁਤ ਸਾਰੇ ਲੋਕ ਨੇ ਜਿਵੇਂ
ਜਿਵੇਂ ਗਾਇਕ ਨੇ ਜਾਂ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਇਹਨਾਂ ਦੇ ਸਮਰਥਨ ਦੇ ਵਿੱਚ ਆ ਰਹੇ ਆ, ਪਰ ਆਪਾਂ ਇਹੀ ਅਪੀਲ ਕਰਦੇ ਹਾਂ ਵੀ ਉਹ ਅੱਡ ਤੋਂ ਨਾ ਆਪਦਾ ਕੁਝ ਵੀ ਚਲਾਉਣ, ਨਾਲ ਹੁਣ ਜਥੇਬੰਦੀਆਂ ਦੇ ਮਿਲ ਕੇ ਹੀ ਕੀਤਾ ਜਾਣਾ ਚਾਹੀਦਾ। ਬਹੁਤ ਚੰਗੀ ਗੱਲ ਹੈ ਵੀ ਜੇ ਕੋਈ ਗਾਇਕ ਨੇ ਜਿਹੜੇ ਨੌਜਵਾਨ ਪੀੜ੍ਹੀ ਹੈ ਜੇ ਉਹ ਵੀ ਅੱਜ ਇਹਨਾਂ ਦੀ ਹਮਾਇਤ ਦੇ ਵਿੱਚ ਆ ਰਹੀ ਹੈ, ਪਰ ਮੁੱਖ ਤੌਰ ਤੇ ਕੀ ਵੀ ਹਮਾਇਤ ਕਰਨੀ ਚਾਹੀਦੀ ਹੈ ਸਾਨੂੰ। ਇਹ ਨਹੀਂ ਵੀ ਅਸੀਂ ਸੰਘਰਸ਼ ਜਿਹੜੇ ਕਰਨਾ ਕਰਕੇ ਕੁਰਾਹੇ ਪੈ ਸਕਦਾ, ਸੰਘਰਸ਼ ਨੂੰ ਕਿਸੇ ਤਰ੍ਹਾਂ ਨਾਲ ਵੀ ਕੋਈ ਵੀ ਠੇਸ ਪਹੁੰਚ ਸਕਦੀ ਆ, ਸਾਨੂੰ ਉਹ ਤੋਂ ਦੂਰ ਰਹਿਣਾ ਚਾਹੀਦਾ। ਖਾਸ ਤੌਰ ਤੇ ਜਿਹੜੀਆਂ ਸਰਕਾਰੀ ਪਾਰਟੀਆਂ ਨੇ, ਸਰਕਾਰੀ ਬੰਦੇ ਨੇ, ਉਹਨਾਂ ਦਾ ਤਾਂ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ। ਜਿਵੇਂ ਤੁਸੀਂ ਲੱਖੋਵਾਲ ਦੀ ਗੱਲ ਕੀਤੀ ਵੀ ਹਾਂ, ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਯੂਨੀਅਨਾਂ ਦਾ ਬਾਈਕਾਟ ਹੋ ਰਿਹਾ, ਕਾਂਗਰਸੀਆਂ ਦਾ, ਅਕਾਲੀਆਂ ਦਾ, ਭਾਜਪਾ ਦਾ, ਸਾਰਿਆਂ ਦਾ। ਇਹਨਾਂ ਸਾਨੂੰ ਲੋਕਾਂ ਨੂੰ ਇਹ ਸਮਝ ਆ ਗਈ ਵੀ ਇਹ ਜਿਹੜੇ ਸਿਆਸਤਦਾਨ ਨੇ, ਇਹ ਵੋਟ ਵਟੋਰੂ ਪਾਰਟੀਆਂ ਨੇ, ਇਹਨਾਂ ਨੇ ਕਰਨਾ ਸਾਡੇ ਲਈ ਕੁਝ ਨਹੀਂ ਹੈਗਾ, ਨਾ ਹੀ ਕੁਝ ਕੀਤਾ ਹੈ। ਇਸ ਕਰਕੇ ਲੋਕ ਸੰਘਰਸ਼ਾਂ ਦੇ ਪਿੜ ਤੋਂ ਹੀ ਨਿਸ਼ਾਨੇ ਬੰਨ ਰਹੇ ਆ ਤੇ ਉਹ ਲੋਕਾਂ ਦੀਆਂ ਪਾਰਟੀਆਂ ਹੀ ਨੇ ਜਿਹੜੀਆਂ ਇਹਨਾਂ ਨੂੰ ਅਗਵਾਈ ਕਰ ਰਹੀਆਂ ਨੇ। ਜਿਸ ਤਰੀਕੇ ਨਾਲ ਆਪਾਂ ਦੇਖਿਆ ਸੀ ਕਿ ਪਿੱਛੇ ਆਪਾਂ ਕਈ ਸਾਲਾਂ ਤੋਂ ਨਜ਼ਰ ਮਾਰੀ, ਜਦੋਂ ਵੀ ਕੋਈ ਸੰਘਰਸ਼ ਚੱਲਦਾ ਹੈ ਵਿੱਚ ਸਰਕਾਰ ਦੇ ਬੰਦੇ ਆ ਕੇ ਸੰਘਰਸ਼ ਨੂੰ ਵਗਲਾ ਦਿੰਦੇ ਨੇ ਜਾਂ ਕਹਿ ਦਈਏ ਕਿ ਸੰਘਰਸ਼ ਤਾਂ ਖਤਮ ਹੋ ਜਾਂਦਾ ਹੈ, ਫਿਰ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਵਿੱਚ ਵੀ ਕੋਈ ਸਰਕਾਰੀ ਏਜੰਟ ਫਿੱਟ ਕੀਤੇ ਗਏ ਨੇ ਕਿ ਕਿਸਾਨਾਂ ਦਾ ਜਿਹੜਾ ਮੁੱਦਾ ਭਟਕਾ ਦਿੱਤਾ ਜਾਵੇ, ਸੰਘਰਸ਼ ਨੂੰ ਠੰਡਾ ਪਾ ਦਿੱਤਾ ਜਾਵੇ? ਬਹੁਤ ਸਾਰੇ ਹੁੰਦੇ ਨੇ, ਆਪਾਂ ਇਹ ਕਵਾਂਗੇ ਵੀ ਬਹੁਤ ਅਜਿਹੇ ਲੋਕ ਹਰ ਥਾਂ ਤੇ ਆਉਂਦੇ ਨੇ, ਕਿਉਂਕਿ ਸੱਤਾ ਨੂੰ ਜਦੋਂ ਉਹ ਬਾਹਰੋਂ, ਜਿਵੇਂ ਹੁਣ ਇੱਥੇ ਹਰਿਆਣੇ ਦੇ ਵਿੱਚ ਹੋਇਆ ਵੀ ਸਿਰਸੇ ਦੇ ਵਿੱਚ ਉਹਨਾਂ ਨੇ ਸਿੱਧਾ ਅਥਰੂ ਗੈਸ ਦੇ ਗੋਲੇ ਚਲਾਏ, ਆਪਰੇਸ਼ਨ ਕੀਤਾ ਲੋਕਾਂ ਤੇ। ਪਰ ਇਸੇ ਤਰ੍ਹਾਂ ਜਦੋਂ ਸੱਤਾ ਇੱਕ ਤਾਂ ਸਿੱਧਾ ਦੀਨਾ ਹੁੰਦਾ, ਇੱਕ ਇਹਨਾਂ ਦੇ ਆਪਦੇ ਸਰਕਾਰੀ ਬੰਦੇ ਹੁੰਦੇ ਨੇ, ਉਹ ਹਰ ਮਹਿਕਮੇ ਦੇ ਵਿੱਚ ਹਰ ਥਾਂ ਤੇ ਮੌਜੂਦ ਹੁੰਦੇ ਨੇ ਤੇ ਇਹੋ ਜਿਹੇ ਸੰਘਰਸ਼ਾਂ ਨੂੰ ਕੁਰਾਹੇ ਪਾਉਣ ਦੇ ਲਈ ਵੀ ਸੱਤਾ ਪੂਰਾ ਜ਼ੋਰ ਲਾਉਂਦੀ ਆ ਤਾਂ ਕਿ ਅੰਦਰੋਂ ਹੀ ਇਹਨਾਂ ਚੀਜ਼ਾਂ ਨੂੰ ਫੇਲ ਕਰ ਦਿੱਤਾ ਜਾਵੇ। ਅੱਜ ਦੇ ਸਮੇਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ ਨੇ। ਹੁਣ ਇਹਨਾਂ ਨੂੰ ਕਿਵੇਂ ਤੁਸੀਂ ਰੋਕ ਸਕਦੇ ਹੋ, ਕਿਵੇਂ ਟੱਕਰ ਦੇ ਸਕਦੇ ਹੋ, ਇਹ ਸਿਰਫ ਲੋਕ ਜਥੇਬੰਦੀਆਂ ਦੇ ਸਿਰ ਤੇ ਹੀ ਹੋ ਸਕਦਾ। ਜਿਹੜੀਆਂ ਲੋਕ ਜਥੇਬੰਦੀਆਂ ਇੰਨੇ ਸਾਲਾਂ ਤੋਂ ਲੜ ਰਹੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹੋ ਜਿਹੇ ਬੰਦਿਆਂ ਨੂੰ ਪਛਾਣਨਾ ਵੀ ਕਿਵੇਂ ਆ ਤੇ ਪਾਸੇ ਵੀ ਕਿਵੇਂ ਕਰਨਾ। ਇਸ ਕਰਕੇ ਜੇ ਆਪਾਂ ਅੱਜ ਦੇ ਸੰਘਰਸ਼ ਨੂੰ ਉਹਨਾਂ ਦੇ ਹੱਥਾਂ 'ਚ ਰਹਿਣ ਦਿੱਤਾ ਜਾਵੇ ਤਾਂ ਇਹੋ ਜਿਹੀਆਂ ਜਿਹੜੇ ਆਨਸਰ ਨੇ ਜਿਹੜੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਆਪਾਂ ਜ਼ਰੂਰ ਉਹਨਾਂ ਨੂੰ ਪਾਸੇ ਕਰ ਸਕਦੇ ਹਾਂ ਤੇ ਸਰਕਾਰ ਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਫੇਲ ਕੀਤੀਆਂ ਜਾ ਸਕਦੀਆਂ। ਹੁਣ ਆਪਾਂ ਦੇਖਦੇ ਸੀ ਕਿ ਗਾਇਕ ਜਿਹੜੇ ਹੈਗੇ ਨੇ, ਗਾਇਕ ਵੀ ਪਹਿਲਾਂ ਸਾਧਨ ਇੱਕ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਕਿ ਗਾਇਕ ਜਿਹੜੇ ਨੇ ਉਹ ਕੋਲ ਕਰਨਗੇ ਜਥੇਬੰਦੀਆਂ, ਅਸੀਂ ਤਾਂ ਜਾਵਾਂਗੇ। ਪਰ ਗਾਇਕਾਂ ਨੇ ਵੀ ਅਲੱਗ-ਅਲੱਗ ਹੁਣ ਧਰਨੇ ਲਗਾਉਣੇ ਸ਼ੁਰੂ ਕਰਤੇ। ਸ਼ੰਭੂ ਬਾਰਡਰ ਤੇ ਜਾ ਕੇ ਦੇਖੀਏ, ਉੱਥੇ ਵੀ ਅਲੱਗ-ਅਲੱਗ ਧਰਨੇ ਲੱਗੇ ਹੋਏ ਨੇ। ਕੀ ਤੁਹਾਨੂੰ ਲੱਗਦਾ ਗਾਇਕਾਂ ਵਿੱਚ ਵੀ ਕੋਈ ਸਰਕਾਰੀ ਬੰਦੇ ਵੜ ਗਏ ਨੇ ਕਿ ਇਹਨਾਂ ਧਰਨਿਆਂ ਨੂੰ ਫੇਲ ਕੀਤਾ ਜਾਣਾ ਚਾਹੀਦਾ, ਜਾਂ ਕੋਈ ਗਾਇਕ ਸਮਰਥਨ ਤਾਂ ਕਰਦੇ ਨੇ ਪਰ ਕਿਤੇ ਡਰ ਵੀ ਦੇ ਨੇ? ਸਾਰਾ ਕੁਛ ਹੀ ਹੈ। ਜਿਵੇਂ ਹੁਣ ਜਿਹੜਾ ਬੰਦਾ ਰਾਜਨੀਤਿਕ ਤੌਰ ਤੇ ਚਤੰਨ ਨਹੀਂ ਹੈਗਾ, ਜਿਹੜਾ ਇਸ ਸਿਆਸਤ ਨੂੰ, ਇਸ ਸਿਸਟਮ ਨੂੰ ਤੇ ਇਹ ਕਿਵੇਂ ਚੱਲਦੀਆਂ ਨੇ ਲੋਕ ਜਥੇਬੰਦੀਆਂ, ਜਿਹੜਾ ਸੰਘਰਸ਼ਾਂ ਦੇ ਬਾਰੇ ਜਿਹਦਾ ਐਕਸਪੀਰੀਅੰਸ ਨਹੀਂ ਹੈ ਪਹਿਲਾਂ ਦਾ, ਉਹ ਬੰਦੇ ਦੀਆਂ ਉਹਦੇ ਅੰਦਰ ਕਮਜ਼ੋਰੀਆਂ ਹੁੰਦੀਆਂ ਨੇ। ਉਹ ਕਈ ਸਾਰੀਆਂ ਤਰ੍ਹਾਂ ਦੀਆਂ ਹੋ ਸਕਦੀਆਂ। ਇੱਕ ਤਾਂ ਇਹ ਵੀ ਇਹ ਹੋ ਸਕਦਾ ਕੁਝ ਸਰਕਾਰੀ ਬੰਦੇ ਵੀ ਹੋਣ, ਸਰਕਾਰੀ ਆਨਸਰ ਵੀ ਹੋਣ। ਦੂਜਾ ਇਹ ਵੀ ਨਾ ਸਮਝੀ ਵਿੱਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਕਈ ਬੰਦੇ ਨੇ ਜਿਨ੍ਹਾਂ ਦੀਆਂ ਕੁਛ ਗੱਲਾਂ ਕਰਕੇ ਇਹ ਸੰਘਰਸ਼ ਡੀਰੇਲ ਹੋ ਰਹੇ ਨੇ। ਪਰ ਮੁੱਖ ਗੱਲ ਕੀ ਹੈ ਵੀ ਇਹਨਾਂ ਦੇ ਦਮ ਤੇ ਸਾਨੂੰ ਲੜਾਈਆਂ ਨਹੀਂ ਨਾ ਲੜਨੀਆਂ ਚਾਹੀਦੀਆਂ। ਇਹ ਨਹੀਂ ਹੋਣਾ ਚਾਹੀਦਾ ਵੀ ਜਥੇਬੰਦੀਆਂ ਨੂੰ ਅਸੀਂ ਪਿੱਛੇ ਛੱਡ ਦਈਏ ਤੇ ਅਸੀਂ ਗਾਇਕਾਂ ਦੇ ਪਿੱਛੇ ਲੱਗ ਜਾਈਏ। ਇਹ ਕਦੇ ਨਹੀਂ ਹੁੰਦਾ। ਸੰਘਰਸ਼ ਕਦੇ ਵੀ ਨਹੀਂ ਲੜੇ ਜਾਂਦੇ। ਇਹੀ ਉਹ ਗਾਇਕ ਨੇ ਜਿਹੜੇ ਕੁਝ ਸਮੇਂ ਪਹਿਲਾਂ ਤੱਕ ਵੀ ਜਿਸ ਤਰ੍ਹਾਂ ਦੇ ਗਾਣੇ ਫਿਲਮਾਂ ਸਾਨੂੰ ਪਰੋਸੇ ਜਾ ਰਹੇ ਨੇ ਅੱਜ ਵੀ ਉਹ ਬਹੁਤ ਘਟੀਆ ਮਾਨਸਿਕਤਾ ਵਾਲੀਆਂ ਚੀਜ਼ਾਂ ਦਿੱਤੀਆਂ ਨੇ, ਪਰ ਲੋਕ ਜਥੇਬੰਦੀਆਂ ਦੇ ਸਿਰ ਤੇ ਹੀ ਇਹ ਗਾਂ ਪਹੁੰਚ ਸਕਦਾ ਹੈ। ਚੰਗੀ ਗੱਲ ਹੈ ਜੇ ਆਉਂਦੇ ਆ, ਸਮਰਥਨ ਕਰੋ ਆ ਕੇ, ਆਪਦੀ ਗੱਲ ਰੱਖੋ ਆ ਕੇ, ਪਰ ਇਹ ਕੋਈ ਤਰੀਕਾ ਨਹੀਂ ਬਣਦਾ ਵੀ ਲੋਕਾਂ ਨੂੰ ਪਿੱਛੇ ਛੱਡ ਕੇ, ਲੋਕਾਂ ਦੀ ਜਥੇਬੰਦੀਆਂ ਨੂੰ ਪਿੱਛੇ ਛੱਡ ਕੇ ਤੁਸੀਂ ਆਪਦੀਆਂ ਕਾਲਸ ਦੇਣ ਲੱਗ ਜਾਓ। ਮੈਨੂੰ ਲੱਗਦਾ ਵੀ ਇਹ ਤੋਂ ਗੁਰੇਜ਼ ਕਰਨਾ ਚਾਹੀਦਾ। ਪਰਸੋਂ ਮੀਟਿੰਗ ਹੁੰਦੀ ਕਿਸਾਨ ਭਵਨ ਦੇ ਵਿੱਚ, ਉੱਥੇ ਕਲਾਕਾਰ ਮੌਜੂਦ ਹੁੰਦੇ ਨੇ। ਕਲਾਕਾਰ ਇਹ ਸਵਾਲ ਵੀ ਕਰਦੇ ਨੇ ਕਿ ਅਸੀਂ ਅੱਜ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਤਾਂ ਕੱਲ੍ਹ ਨੂੰ ਕਿਸਾਨ ਸਾਡਾ ਸਾਥ ਦੇਣਗੇ। ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਗਾਇਕ ਕਹਿ ਦੇਣ ਕਿ ਸਾਡੇ ਤੇ ਪ੍ਰੈਸ਼ਰ ਬਣਾਇਆ ਜਾਵੇ, ਸਾਡੇ ਝੂਠੇ ਪਰਚੇ ਕੀਤੇ ਜਾਣ, ਸਾਨੂੰ ਕਿਸੇ ਵੀ ਤਰ੍ਹਾਂ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ। ਫਿਰ ਕੀ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਖੜੀਆਂ ਹੋਣਗੀਆਂ? ਦੇਖੋ, ਆਪਾਂ ਇੱਥੇ ਕੱਲੀਆਂ ਅੱਜ ਜਿਹੜੀਆਂ ਲੜ ਰਹੀਆਂ ਨੇ ਕੱਲੀਆਂ ਕਿਸਾਨ ਨਹੀਂ, ਅੱਜ ਵਿਦਿਆਰਥੀ, ਨੌਜਵਾਨ ਵਰਗ ਤੇ ਮਜ਼ਦੂਰ ਜਥੇਬੰਦੀਆਂ ਖਾਸ ਤੌਰ ਤੇ ਨਾਲ ਖੜੀਆਂ ਨੇ, ਕਿਉਂਕਿ ਜਿਹੜੇ ਖੇਤੀ ਦੇ ਆਰਡੀਨੈਂਸ ਨੇ ਇਹ ਇਕੱਲੇ ਕਿਸਾਨ ਵਿਰੋਧੀ ਨਹੀਂ ਆਪਾਂ ਕਵਾਂਗੇ। ਖਾਸ ਤੌਰ ਤੇ ਇਹ ਗਰੀਬ ਕਿਸਾਨ ਤੇ ਸਭ ਤੋਂ ਵੱਧ ਨੌਜਵਾਨਾਂ ਤੇ, ਜਾਂ ਫਿਰ ਆਪਾਂ ਕਹੀਏ ਵੀ ਬੇਰੁਜ਼ਗਾਰੀ ਬਹੁਤ ਵਧੂਗੀ ਇਹਦੇ ਨਾਲ। ਦੂਜਾ, ਮਜ਼ਦੂਰਾਂ ਤੇ ਵੱਡਾ ਅਸਰ ਪੈਣਾ ਇਹਦੇ। ਜਿਵੇਂ ਜਿਹੜਾ ਇਸ ਵੇਲੇ ਜਨਤਕ ਵੰਡ ਪ੍ਰਣਾਲੀ ਚੱਲਦੀ ਹੈ, ਸਰਕਾਰ ਜਿਹੜਾ ਸਸਤਾ ਰਾਸ਼ਨ ਮਜ਼ਦੂਰਾਂ ਤੱਕ ਪਹੁੰਚਾ ਰਹੀ ਆ, ਉਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਕਿਉਂਕਿ ਪ੍ਰਾਈਵੇਟ ਘਰਾਣਿਆਂ ਦੇ ਵਿੱਚ ਹੱਥ 'ਚ ਆ ਜਾਣੀਆਂ ਸਾਰੀਆਂ ਚੀਜ਼ਾਂ ਤੇ ਉਹ ਆਪਦੇ ਹਿਸਾਬ ਨਾਲ ਹੀ ਵੇਚਣਗੇ ਇਹਨੂੰ। ਇਸ ਕਰਕੇ ਅੱਜ ਦੇ ਸਮੇਂ 'ਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਨੇ, ਸਾਰੀਆਂ ਭਰਾਤਰੀ ਜਥੇਬੰਦੀਆਂ ਨੇ, ਇੱਕ ਦੂਜੇ ਦਾ ਸਾਥ ਦੇ ਕੇ ਲੜ
ਲੜਦੀਆਂ ਨੇ। ਇਹ ਜੇ ਜਿੰਨੇ ਮਰਜ਼ੀ ਤੁਸੀਂ ਪਿਛਲੇ ਸਮਿਆਂ ਦੇ ਸੰਘਰਸ਼ ਚੱਕ ਕੇ ਦੇਖ ਲਓ, ਕਸ਼ਮੀਰ ਵਾਲਿਆਂ ਨਾਲ ਤਾਂ ਸਾਡਾ ਕੋਈ ਉਹ ਨਹੀਂ ਹੈਗਾ। ਕਸ਼ਮੀਰੀਆਂ ਦੇ ਹੱਕ ਦੇ ਵਿੱਚ ਵੀ 370 ਹਟਾਈ, ਇੱਥੇ ਮੁਹਾਲੀ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਚੱਕੇ ਜਾਮ ਕੀਤੇ ਸੀਗੇ, ਉਹ ਇਹੀ ਜਥੇਬੰਦੀਆਂ ਸੀ, ਉਹ ਇਹੀ ਲੋਕ ਜਥੇਬੰਦੀਆਂ ਸੀ ਜਿਨ੍ਹਾਂ ਨੇ ਲਗਾਤਾਰ ਲੋਕਾਂ ਦੇ ਲਈ ਲੜੀਆਂ ਨੇ। ਜਿਹੜੀਆਂ ਜੇ ਬੁੱਧੀਜੀਵੀ ਗ੍ਰਿਫਤਾਰ ਹੁੰਦੇ ਨੇ ਦਿੱਲੀ ਦੇ ਵਿੱਚ ਤਾਂ ਇਹੀ ਜਥੇਬੰਦੀਆਂ ਫਿਰ ਇੱਥੇ 15,000 ਬੰਦਾ ਆ ਕੇ ਚੰਡੀਗੜ੍ਹ ਪੰਜਾਬ ਦੇ ਬਾਰਡਰ ਤੇ ਆ ਕੇ ਖੜਦੇ, ਉੱਥੇ ਪ੍ਰੋਟੈਸਟ ਕਰਦਾ ਹੈ। ਤਾਂ ਇਸ ਕਰਕੇ ਇਹ ਜਥੇਬੰਦੀਆਂ ਕਦੇ ਵੀ ਆਪ ਨਹੀਂ ਪਿੱਛੇ ਹਟਦੀਆਂ। ਇਹ ਜਥੇਬੰਦੀਆਂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜਦੀਆਂ ਜਿਨ੍ਹਾਂ ਨਾਲ ਕੋਈ ਵੀ ਨਾਇਨਸਾਫੀ ਹੁੰਦੀ ਹੈ। ਦੂਸਰਾ, ਇਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਹਮੇਸ਼ਾ ਵਿਰੋਧ ਕਰਦੀਆਂ ਨੇ। ਤੇ ਇਹੀ ਹੁੰਦੀਆਂ ਨੇ ਅਸਲ ਵਿੱਚ ਲੋਕ ਜਥੇਬੰਦੀਆਂ ਜਿਹੜੀਆਂ ਹਰ ਪਾਸਿਓਂ ਹਰ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਘਟੀਆ ਚੀਜ਼ਾਂ ਦਾ ਜਿਹੜਾ ਉਹ ਵਿਰੋਧ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀਆਂ ਨੇ। ਹੁਣ ਇੱਕ ਚਿੱਠੀ ਆ ਜਾਂਦੀ ਹੈ, ਚਿੱਠੀ ਵਿੱਚ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆ ਕੇ ਸਾਡੇ ਨਾਲ ਗੱਲ ਕਰ ਲਓ, ਅਸੀਂ ਤੁਹਾਨੂੰ ਫਾਇਦੇ ਦੱਸ ਦਿੰਦੇ ਹਾਂ। ਤੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਲਿਆ ਕਿ ਅਸੀਂ ਕੋਈ ਵੀ ਗੱਲਬਾਤ ਜਿਹੜੀ ਹੈਗੀ ਹੈ ਉਹ ਚਿੱਠੀ ਰਾਹੀਂ ਨਹੀਂ ਕਰਨੀ। ਉਹ ਇੱਕ ਡਿਪਾਰਟਮੈਂਟ ਤੋਂ ਚਿੱਠੀ ਆਉਂਦੀ ਸੀ, ਪਰ ਹੁਣ ਉਹ ਕਹਿੰਦੇ ਕਿ ਸਾਡਾ ਪੀਐਮ ਗੱਲ ਕਰਨ, ਪਰ ਭਾਜਪਾ ਵਾਲੇ ਕਹਿੰਦੇ ਨੇ ਕਿ ਪੀਐਮ ਇੰਨੇ ਫ੍ਰੀ ਨਹੀਂ ਹੈਗੇ, ਇੰਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਕਿ ਕਿਸਾਨਾਂ ਨਾਲ ਜਾ ਕੇ ਗੱਲ ਕਰਨੇ। ਭਾਜਪਾ ਕਹਿ ਰਹੀ ਹੈ, ਫਿਰ ਤੁਹਾਨੂੰ ਕੀ ਲੱਗਦਾ ਕਿਸਾਨ ਦੂਸਰੇ ਪਾਸੇ ਕਹਿੰਦੇ ਨੇ ਕਿ ਅਸੀਂ ਪੀਐਮ ਨਾਲ ਜਾਂ ਕੋਈ ਕੇਂਦਰ ਸਰਕਾਰ ਤੋਂ ਸਾਡਾ ਕੋਈ ਨੁਮਾਇੰਦਾ ਆਵੇ, ਇਹਨੂੰ ਵੀ ਛੋਟੇ ਡਿਪਾਰਟਮੈਂਟ ਅਸੀਂ ਗੱਲਬਾਤ ਕਰਾਂਗੇ। ਫਿਰ ਤੁਹਾਨੂੰ ਲੱਗਦਾ ਹੈ ਕਿ ਜੋ ਕਿਸਾਨ ਕਰਦੇ ਨੇ ਸਹੀ ਕਰਦੇ ਨੇ, ਜਾਂ ਕਿਸਾਨ ਵਾਕਈ ਪੀਐਮ ਦੇ ਆਸ ਤੇ ਬੈਠੇ ਨੇ ਕਿ ਉਹ ਆਉਣਗੇ ਤਾਂ ਸਾਡੇ ਮਸਲੇ ਹੱਲ ਹੋ ਜਾਣਗੇ? ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਮੈਨੂੰ ਲੱਗਦਾ ਬਿਲਕੁਲ ਸਹੀ ਕਦਮ ਨੇ ਉਹਨਾਂ ਦਾ। ਵੀ ਅਸੀਂ ਹੁਣ ਜਿਹੜਾ ਪ੍ਰਧਾਨ ਮੰਤਰੀ ਕੋਲ ਇੰਨਾ ਵੇਲ ਨਹੀਂ ਹੈਗਾ ਵੀ ਦੇਸ਼ ਦੇ ਵਿੱਚ ਪੂਰੇ ਇਹੋ ਜਿਹੇ ਲੋਕ ਵਿਰੋਧੀ ਕਾਨੂੰਨ ਲੈ ਕੇ ਆਉਂਦਾ ਹੈ। ਪਹਿਲਾਂ ਕਾਨੂੰਨ ਲਿਆਉਣ ਦੇ ਲਈ ਬੜੀ ਉਹਦੇ ਕੋਲ ਫੁਰਸਤ ਮਿਲ ਜਾਂਦੀ, ਬਹੁਤ ਛੇਤੀ ਪਾਸ ਹੋ ਜਾਂਦੀਆਂ ਸਾਰੀਆਂ ਚੀਜ਼ਾਂ। ਜਿਹੜੇ ਵਿਦੇਸ਼ੀ ਦੌਰੇ ਪਿਛਲੇ ਸਾਲਾਂ ਦੇ ਵਿੱਚ, ਉਹ ਤਾਂ ਲੋਕਡਾਊਨ ਲੱਗ ਗਿਆ ਸਭ ਤੋਂ ਪਹਿਲਾਂ ਇਹ ਘਰੇ ਬੈਠ ਗਿਆ, ਨਹੀਂ ਤਾਂ ਜਿੰਨੇ ਵਿਦੇਸ਼ੀ ਦੌਰੇ ਇਹਨੇ ਕੀਤੇ ਹੋਣੇ ਮੈਨੂੰ ਲੱਗਦਾ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਕੀਤੇ। ਹੁਣ ਜਿਹਦੇ ਕੋਲ ਇੰਨੀ ਫੁਰਸਤ ਆ, ਇੰਨੀ ਵੇਲ ਆ, ਮੋਹਰ ਦੇ ਨਾਲ ਫੋਟੋਆਂ ਕਰਾਈ ਜਾਂਦਾ, ਸੜੀਆਂ ਹੋਈਆਂ ਇੰਟਰਵਿਊਆਂ ਅਕਸ਼ੇ ਕੁਮਾਰ ਵਰਗਿਆਂ ਨੂੰ ਦੇਈ ਜਾਂਦਾ, ਇਹੋ ਜਿਹੀਆਂ ਚੀਜ਼ਾਂ ਲਈ ਵੇਲ ਹੈਗਾ। ਇਹ ਤਾਂ ਸਿਰਫ ਫਾਲਤੂ ਦੀਆਂ ਗੱਲਾਂ ਨੇ ਵੀ ਸਾਡੇ ਕੋਲ ਤਾਂ ਜੀ ਵੇਲ ਨਹੀਂ ਹੈਗਾ। ਪ੍ਰਧਾਨ ਮੰਤਰੀ ਕੋਲ ਸਭ ਕੁਝ ਹੁੰਦਾ, ਸਮਾਂ ਵੀ ਹੈ, ਬਸ ਗੱਲ ਕੀ ਵੀ ਸਾਡੀ ਨੀਅਤ ਨਹੀਂ ਹੈਗੀ। ਅਸੀਂ ਚਾਹੁੰਦੇ ਆ ਵੀ ਕੀ ਆ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਨੂੰ ਪਹੁੰਚ ਕਰਨ। ਕਿਉਂ ਜਥੇਬੰਦੀਆਂ ਪਹੁੰਚ ਕਰਨ? ਜਦੋਂ ਤੁਸੀਂ ਲੋਕ ਵਿਰੋਧੀ ਆਰਡੀਨੈਂਸ ਪਾਸ ਕੀਤੇ ਨੇ ਤਾਂ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜੇਰਾ ਵੀ ਹੋਣਾ ਚਾਹੀਦਾ। ਤੁਸੀਂ ਉਹਨਾਂ ਲੋਕਾਂ ਦੇ ਗੁੱਸੇ ਨੂੰ ਚੱਲੋ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਨ ਦਾ। ਹੁਣ ਕਿਸਾਨ ਵੀ ਏਡੇ ਮੂਰਖ ਨਹੀਂ ਹੈਗੇ ਵੀ ਕਿਸਾਨ ਜਿਹੜਾ ਪੀਐਮ ਹੈ ਉਹ ਕੋਈ ਬਹਿਲਾ ਫਸਲਾ ਲਊਗਾ ਜਾਂ ਫਿਰ ਉਹਦੇ ਨਾਲ ਗੱਲਬਾਤ ਕਰਕੇ ਸਮਝ ਆਣਗੇ। ਸਮਝ ਸਾਰਿਆਂ ਨੂੰ ਹੈ ਅਸਲ ਵਿੱਚ ਸਰਕਾਰ ਦੀਆਂ ਕੀ ਨੀਤੀਆਂ ਨੇ, ਕਿੱਧਰ ਨੂੰ ਜਾ ਰਹੀ ਹੈ ਸਰਕਾਰ, ਕਿਵੇਂ ਕਾਰਪੋਰੇਟ ਘਰਾਣਿਆਂ ਦੀ ਗੋਦ ਦੇ ਵਿੱਚ ਬੈਠੀ ਹੋਈ ਆ, ਕਿਵੇਂ ਸਾਰਾ ਕੁਝ ਸਿੱਖਿਆ ਤੋਂ ਲੈ ਕੇ ਹਰ ਚੀਜ਼ ਦਾ ਨਿੱਜੀਕਰਨ ਇੰਨੀ ਤੇਜ਼ੀ ਨਾਲ ਕੁਹਾੜਾ ਇਹ ਮਾਰ ਰਹੀ ਆ, ਖਾਸ ਤੌਰ ਤੇ ਕਰੋਨਾ ਦੇ ਵਿੱਚ, ਉਹ ਸਾਡੇ ਸਭ ਦੇ ਸਾਹਮਣੇ ਆ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਕਿਸੇ ਨੇ ਦੋ ਰਾਏ ਨਹੀਂ ਹੈਗੀ ਵੀ ਸਰਕਾਰ ਦਾ ਕੀ ਰੁਖ ਹੈ। ਇਸ ਕਰਕੇ ਸਰਕਾਰ ਨੂੰ ਇਹ ਮੰਗ ਕਰਨਾ ਵੀ ਸਰਕਾਰ ਆ ਕੇ ਇੱਥੇ ਆ ਕੇ ਗੱਲ ਕਰੇ, ਇਹ ਬਿਲਕੁਲ ਸਹੀ ਗੱਲ ਹੈ, ਹੋਣਾ ਵੀ ਇਹੀ ਚਾਹੀਦਾ। ਹੁਣ ਦੇਖਦੇ ਹਾਂ ਕਿ ਰਾਜਨਾਥ ਨੇ ਮੀਟਿੰਗਾਂ ਕਰਨੀ ਸ਼ੁਰੂ ਕਰਤੀਆਂ ਨੇ ਇਸ ਆਰਡੀਨੈਂਸ ਬਿੱਲ ਉੱਤੇ। ਆਪਾਂ ਐਮਪੀ ਦੀ ਗੱਲ ਕਰ ਲਈਏ, ਬਿਹਾਰ ਦੀ, ਯੂਪੀ ਦੀ, ਕਈ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਨਾਲ ਜਾ ਕੇ ਮਿਲ ਰਹੀਆਂ ਨੇ, ਪਰ ਪੰਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਪੰਜਾਬ ਨੇ ਤਾਂ ਨਕਾਰ ਦਿੱਤਾ ਕਿ ਅਸੀਂ ਸਾਨੂੰ ਚਿੱਠੀ ਆਈ, ਅਸੀਂ ਚਿੱਠੀ ਦੇ ਸਿਰ ਤੇ ਨਹੀਂ ਜਾਣਾ, ਦਿੱਲੀ ਸਾਡੇ ਨਾਲ ਪੰਜਾਬ ਆ ਕੇ ਗੱਲ ਕਰੇ। ਰਾਜਨਾਥ ਤਾਂ ਮੀਟਿੰਗਾਂ ਕਰ ਰਹੇ ਨੇ, ਤਾਂ ਲੱਗਦਾ ਕਿ ਜਦੋਂ ਸਾਰਿਆਂ ਨੂੰ ਸੈੱਟ ਕਰ ਦਿੱਤਾ ਗਿਆ, ਰਾਜਨਾਥ ਨੇ ਸੈੱਟ ਕਰ ਲਏ ਬੰਦੇ ਆਪਣੇ ਕਿਸਾਨੀ ਦੇ ਵਿੱਚ ਜੋ ਵੀ ਹੈਗੇ ਨੇ, ਫਿਰ ਪੰਜਾਬ ਵਾਲੇ ਰੁੱਖ ਕਰਨਗੇ, ਫਿਰ ਪੰਜਾਬ ਵਾਲੇ ਮੰਨ ਜਾਣਗੇ ਜਾਂ ਪੰਜਾਬ ਵਾਲੇ ਨੂੰ ਅਖੀਰ ਤੇ ਆ ਕੇ ਮਨਾ ਲਿਆ ਜਾਵੇਗਾ? ਨਹੀਂ, ਇੱਕ ਤਾਂ ਪੰਜਾਬ ਹਰਿਆਣੇ 'ਚ ਦੋਨੇ ਥਾਵਾਂ ਤੇ ਹਜੇ ਹੈਗੇ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਤੇ ਦੂਜਾ ਜਿਹੜੀਆਂ ਹੁੰਦਾ ਨਾ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਉਵੇਂ ਹੁਣ ਹੋ ਸਕਦਾ ਇੱਥੇ ਵੀ ਕੋਈ 8-10 ਯੂਨੀਅਨਾਂ ਇਹਨਾਂ ਦੀਆਂ ਹੀ ਹੋਣ, ਸਰਕਾਰੀ ਜੀਆਂ ਹੁੰਦੇ ਨੇ ਜਿਹੜੇ ਬੰਦੇ ਬੈਠੇ ਨੇ ਜਿਵੇਂ ਲੱਖੋਵਾਲ ਵਰਗੇ ਨੇ। ਹੁਣ ਇਹੋ ਜਿਹੇ ਜਾ ਕੇ ਬੰਦੇ ਜਾ ਕੇ ਉੱਥੇ ਆ ਕੇ ਗੱਲ ਕਰ ਲੈਣ, ਕਹਿ ਦੇਣ ਜੀ ਪੰਜਾਬ ਦੀਆਂ ਤਾਂ ਯੂਨੀਅਨਾਂ ਨੇ ਗੱਲਬਾਤ ਕਰ ਲਈ। ਇਸੇ ਤਰ੍ਹਾਂ ਜਿਵੇਂ ਜਿਹੜਾ ਅਸਲ ਵਿੱਚ ਜਿਹੜਾ ਨੈਸ਼ਨਲ ਮੀਡੀਆ ਹੈ, ਰਾਸ਼ਟਰ ਮੀਡੀਆ ਸਾਨੂੰ ਕੁਝ ਨਹੀਂ ਦਿਖਾ ਰਿਹਾ। ਪੂਰੇ ਦੇਸ਼ ਦੇ ਵਿੱਚ ਵੀ ਅੱਡ-ਅੱਡ ਥਾਵਾਂ ਤੇ ਇਸ ਤਰ੍ਹਾਂ ਦੀ BBC ਦੀ ਇੱਕ ਰਿਪੋਰਟ ਆਈ ਹੈ ਥੋੜੇ ਦਿਨ ਪਹਿਲਾਂ ਵੀ, ਉਹਨਾਂ ਨੇ ਅੱਡ-ਅੱਡ ਥਾਵਾਂ ਦੇ ਪ੍ਰੋਟੈਸਟ ਕਵਰ ਕੀਤੇ ਨੇ। ਕਿੰਨੀਆਂ ਸਾਰੀਆਂ ਸਟੇਟਾਂ ਨੇ ਜਿੱਥੇ ਇਸ ਤਰ੍ਹਾਂ ਦੇ ਧਰਨੇ ਹੋ ਰਹੇ ਨੇ, ਪਰ ਸਾਨੂੰ ਕੀ ਹੈ ਵੀ ਅੱਜ ਲੋਕਾਂ ਦੀ ਇਹ ਸੰਘਰਸ਼ਾਂ ਨੂੰ ਦਿਖਾ ਹੀ ਨਹੀਂ ਰਿਹਾ ਕਿ ਸਾਡੀਆਂ ਖਬਰਾਂ ਪੰਜਾਬ ਦੀਆਂ ਕਿਤੇ ਹੋਰ ਲੋਕਾਂ ਤੱਕ ਪਹੁੰਚ ਰਹੀਆਂ ਨੇ, ਉਹ ਵੀ ਬਹੁਤ ਘੱਟ ਨੇ। ਪੰਜਾਬੀ ਚੈਨਲ ਆ ਜਿਹੜੇ ਬਹੁਤ ਲੋਕਾਂ ਤੱਕ ਇਹ ਚੀਜ਼ਾਂ ਲੈ ਕੇ ਵੀ ਜਾ ਰਹੇ ਨੇ, ਇੱਥੋਂ ਦੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ। ਤਾਂ ਇਹ ਜਿਹੜੀ ਗੱਲ ਹੈ ਵੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਅੱਡ ਹੋ ਕੇ ਲੜ ਰਹੇ, ਚੰਗੀ ਗੱਲ ਹੈ, ਲੜ ਰਹੇ ਨੇ, ਸੰਘਰਸ਼ ਲੜੀ ਜਾਣਗੇ। ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵਰਗਲਾਇਆ ਫੁਸਲਾਇਆ ਜਾ ਸਕਦਾ। ਸਰਕਾਰ ਜਿਹੜੀ ਹੈ ਜੇ ਉਹ ਅੜੀ ਹੋਈ ਹੈ ਵੀ ਅਸੀਂ ਵਾਪਸ ਨਹੀਂ ਲੈਣੇ, ਅਸੀਂ ਤੁਹਾਡੇ ਨਾਲ ਇੱਥੇ ਆ ਕੇ ਗੱਲ ਨਹੀਂ ਕਰਨੀ, ਤੁਹਾਨੂੰ ਹੀ ਕਰਨੀ ਪੈਣੀ ਆ, ਅਸੀਂ ਬਾਕੀਆਂ ਨੂੰ ਮਨਾ ਲਾਂਗੇ ਤੇ ਤੁਹਾਨੂੰ ਫੇਰ ਦਾਂਗੇ, ਇਹ ਭੁਲੇਖੇ ਆ ਉਹਨਾਂ ਦੇ। ਉਹਨਾਂ ਨੇ ਫਿਰ ਲੋਕ ਰੋਧ ਦੇਖੇ ਨਹੀਂ ਹੈਗੇ, ਉਹਨਾਂ ਨੇ ਦੇਖਿਆ ਨਹੀਂ ਵੀ ਲੋਕ ਤਾਂ ਇੱਥੇ ਵੱਡੇ ਵੱਡੇ ਤਖਤ ਪਲਟਾ ਦਿੱਤੇ ਜਾਂਦੇ ਆ। ਤੇ ਇਹ ਜਿਹੜੇ ਇਹਨਾਂ ਦੇ ਜਿਹੜੇ ਹਿਟਲਰ ਮੁਸਲਿਨੀ ਵਰਗੇ ਆ, ਉਹਨਾਂ ਨੂੰ ਖੁਦ
ਖੁਦਕੁਸ਼ੀਆਂ ਕਰਨੀਆਂ ਪਈਆਂ ਸੀ, ਫਾਹੇ ਟੰਗਤਾ ਸੀ ਮੁਸਲਿਨੀ ਨੂੰ ਚਰਾਹੇ ਦੇ ਵਿੱਚ। ਇਹ ਲੋਕ ਹੀ ਹੁੰਦੇ ਨੇ ਜਿਨ੍ਹਾਂ ਦਾ ਜਦੋਂ ਉਬਾਲ ਉੱਠਦਾ ਤਾਂ ਕੱਲਾ ਫਿਰ ਖੇਤੀ ਆਰਡੀਨੈਂਸ ਨਹੀਂ, ਜਿੰਨੀਆਂ ਲੋਕ ਵਿਰੋਧੀ ਨੀਤੀਆਂ ਪਾਸ ਹੋਈਆਂ ਨੇ ਪਿਛਲੇ ਸਮਿਆਂ ਦੇ ਵਿੱਚ, ਜਿੰਨੀ ਭਾਜਪਾ ਨੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ, ਉਹਨਾਂ ਸਾਰਿਆਂ ਦੇ ਵਿਰੁੱਧ ਗੁੱਸਾ ਹੁਣ ਸੜਕਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਆਉਣ ਵਾਲੇ ਨੇ ਤੇ ਵਧਣਗੇ ਵੀ। ਤੇ ਇਸ ਲਈ ਇਹ ਭੁਲੇਖੇ ਨਹੀਂ ਹੈਗੇ ਆਪਾਂ ਨੂੰ ਵੀ ਕੋਈ ਵਰਗਲਾਫ ਲਾ ਕੇ ਇਹਨਾਂ ਨੂੰ ਫੇਲ ਕੀਤਾ ਜਾਵੇ। ਨਹੀਂ, ਉਹ ਤਾਂ ਹੁਣੇ ਖੁਦ ਭੁਲੇਖਾ ਪਾਉਣ ਦੀ ਗੱਲ ਕਰਦੇ ਨੇ ਕਿ ਬੀਜੇਪੀ ਲੀਡਰ ਤੇ ਵੀ ਕਹਿ ਰਹੇ ਨੇ ਕਿ 2022 ਦੇ ਵਿੱਚ ਸਾਡੀ ਇੱਥੇ ਸਰਕਾਰ ਬਣ ਜਾਣੀ ਹੈ। ਕੱਲ੍ਹ ਹੀ ਮੈਂ ਕਿਸੇ ਦਾ ਇੰਟਰਵਿਊ ਕਰ ਰਿਹਾ ਸੀ, ਉਹ ਖੁਦ ਕਹਿ ਰਹੇ ਸੀ ਕਿ ਜੇ ਸਾਡਾ ਸ਼੍ਰੋਮਣੀ ਅਕਾਲੀ ਦਲ ਅਲੱਗ ਵੀ ਹੋ ਗਿਆ, ਬੀਜੇਪੀ ਕਿਸੇ ਨੂੰ ਸਮਰਥਨ ਦੇ ਨਾ ਦੇ, ਪਰ ਬੀਜੇਪੀ ਪੰਜਾਬ ਵਿੱਚ 2022 ਹਿੱਕ ਠੋਕ ਕੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਬਣ ਜਾਏਗੀ। ਮੈਂ ਕਹਿੰਦੀ ਹਾਂ ਜਿਹੜੇ ਇਹੋ ਜਿਹੇ ਕਹਿ ਰਹੇ ਨੇ ਨਾ ਹਿੱਕ ਠੋਕ ਕੇ, ਉਹ ਕਿਸੇ ਵੀ ਪਿੰਡ 'ਚ ਚਲੇ ਜਾਣ ਅੱਜ ਦੇ ਸਮੇਂ 'ਚ, ਬਸ ਭਾਜਪਾ ਦਾ ਗਲੇ ਦੇ ਵਿੱਚ ਪਾਇਆ ਹੋਣਾ ਚਾਹੀਦਾ ਉਹਨਾਂ ਦੇ ਵੀ ਅਸੀਂ ਭਾਜਪਾ ਦੇ ਬੰਦੇ ਆ। ਛਿੱਤਰ ਇੰਨੇ ਮਾਰਨਗੇ, ਤੁਸੀਂ ਉਹ ਵੀਡੀਓ ਦੇਖੀ ਨਹੀਂ, ਟਰਾਲੀ ਦੇ ਨਾਲ ਕੁੜਤਾ ਪਜਾਮਾ ਪਾਇਆ, ਉੱਤੇ ਮੋਦੀ ਦੀ ਫੋਟੋ ਲੱਗੀ ਆ, ਜਵਾਕ ਕੁੱਟੀ ਜਾਂਦੇ ਆ ਜੁੱਤੀਆਂ ਦੇ ਨਾਲ। ਇਹ ਹਾਲ ਹੋਣਾ ਇਹਨਾਂ ਦਾ, ਲੀਡਰਾਂ ਦਾ ਵੀ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅੱਜ ਪਿੰਡ ਦੇ ਕਿਸੇ ਵੀ ਆਮ ਬੰਦੇ, ਸਧਾਰਨ ਬੰਦੇ ਨੂੰ ਪੁੱਛ ਲਓ, ਕਿਸੇ ਨੌਜਵਾਨ ਨੂੰ ਪੁੱਛ ਲਓ, ਕਿਸੇ ਮਜ਼ਦੂਰ ਨੂੰ ਪੁੱਛ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਕਿਸੇ ਤੋਂ ਇਹਨਾਂ ਦੀਆਂ ਨੀਤੀਆਂ ਦਾ ਸੱਚ ਆ ਜਿਹੜਾ ਉਹ ਲੁਕਿਆ ਨਹੀਂ ਹੈਗਾ। ਤੇ ਉਹ ਸਾਰੇ ਜੁੱਤੀਆਂ ਲੈ ਕੇ ਬੈਠੇ ਨੇ, ਤਿਆਰ ਬੈਠੇ ਨੇ ਵੀ ਕਦੋਂ ਇਹ ਆਉਣ ਤੇ ਆ ਕੇ ਅਸੀਂ ਇਹਨਾਂ ਨੂੰ ਕੁੱਟੀਏ, ਮਾਰੀਏ। ਵੀ ਇਹ ਲੀਡਰਾਂ ਦਾ ਇਹ ਭੁਲੇਖੇ ਪਾਲੀ ਬੈਠੇ ਨੇ ਵੀ ਇਹ ਜਿੱਤ ਜਾਣਗੇ ਚੋਣਾਂ। ਮੈਨੂੰ ਲੱਗਦਾ ਵੜਨ ਹੀ ਨਹੀਂ ਦੇਣਾ ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚ। ਮੈਨੂੰ ਕੱਲ ਪਿੰਡ ਗਿਣਾ ਦੇ ਸੀ ਕਿ ਬੀਜੇਪੀ ਲੀਡਰ ਵੀ ਅਸੀਂ ਆਲੇ ਪਿੰਡਾਂ ਵਿੱਚ ਜਾ ਕੇ ਆਏ, ਫਿਰ ਉਹ ਕਿਹੜੇ ਪਿੰਡ ਗਿਣਾਤੇ ਉਹਨਾਂ ਨੇ ਪੰਜਾਬ ਦੇ ਵੀ ਅਸੀਂ ਜਾ ਕੇ ਗੱਲ ਕਰਕੇ ਆਏ ਆ। ਨਹੀਂ, ਇਹ ਤਾਂ ਕੁਛ ਗੱਲਾਂ ਹੁੰਦੀਆਂ ਨੇ ਪਿੰਡ ਦੇ ਵਿੱਚ ਕਿ 2-4 ਘਰਾਂ ਦੇ ਵਿੱਚ ਹੋ ਸਕਦਾ ਚਲੇ ਗਏ ਹੁਣ, ਇਹ ਅਸਲ ਵਿੱਚ ਨਹੀਂ ਹੈਗਾ। ਫਿਰ ਵੀਡੀਓ ਵੀ ਪਾਉਣ ਉਹ ਭਾਜਪਾ ਵਾਲੇ ਵੀ ਅਸੀਂ ਕੀ ਉਹਨਾਂ ਪਿੰਡਾਂ ਦੇ ਵਿੱਚ ਆ ਕੇ ਕਿੰਨਾ ਲੋਕਾਂ ਨਾਲ ਗੱਲਬਾਤ ਕੀਤੀ ਆ। ਥੋੜੇ ਬਹੁਤ ਮਾੜਾ ਮੋਟਾ ਕੋਈ ਲੋਕ ਹੋਣਗੇ, ਪਰ ਬਹੁਤੇ ਲੋਕ ਨੇ ਜਿਹੜੇ ਉਹ ਅੱਜ ਇਹ ਕਿਸੇ ਵੀ ਕਿਸਾਨਾਂ ਦੇ, ਹੁਣ ਤੁਸੀਂ ਪਿੰਡ ਦੇ ਵਿੱਚ ਜਾਂਦੇ ਹੋ ਤਾਂ ਪੂਰੇ ਪਿੰਡ ਨੂੰ ਸੰਬੋਧਨ ਕਰੋਗੇ ਨਾ। ਜਿੱਥੇ ਪਿੰਡ ਕਿੱਥੇ ਬੈਠਾ, ਪਿੰਡ ਰੇਲਵੇ ਟਰੈਕਾਂ ਨੂੰ ਰੋਕੀ ਬੈਠਾ ਹੈ, ਜਿਹੜੇ ਮਰਜ਼ੀ ਰੇਲਵੇ ਟਰੈਕ ਤੇ ਜਾ ਕੇ ਲੱਗ ਜੂ ਪਤਾ ਤੁਹਾਨੂੰ। ਤੁਸੀਂ ਜਾ ਕੇ ਉੱਥੇ ਖੜ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ, ਤੁਹਾਨੂੰ ਪਤਾ ਚੱਲੂਗਾ ਵੀ ਅਸਲ ਵਿੱਚ ਤੁਹਾਨੂੰ ਚੋਣਾਂ ਦੇਣੀਆਂ ਨੇ ਉਹਨਾਂ ਨੇ ਕਿ ਤੁਹਾਨੂੰ ਕਬਰਾਂ ਤੱਕ ਲੈ ਕੇ ਜਾਣਾ ਹੈ। ਇਹ ਅਸਲ ਸੱਚ ਹੈ। ਅਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ, ਹੁਣ ਮੈਂ ਕੱਲ ਸਵਾਲ ਵੀ ਕੀਤੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਅਲੱਗ ਹੋ ਗਈ ਆ। ਉਹ ਇਹ ਕਹਿੰਦੇ ਨੇ ਕਿ ਇਹਨਾਂ ਨੇ ਪਹਿਲਾਂ ਉੱਥੇ ਜਾ ਕੇ ਸਮਰਥਨ ਦਿੱਤਾ ਬਿੱਲ ਦਾ, ਬਾਅਦ ਵਿੱਚ ਪਤਾ ਨਹੀਂ ਕੀ ਹੋਇਆ। ਤੇ ਬੀਜੇਪੀ ਵਾਲੇ ਵੀ ਨੂੰ ਕਹਿੰਦੇ ਨੇ ਕਿ ਸਾਨੂੰ ਖੁਦ ਨਹੀਂ ਪਤਾ ਕਿ ਅਕਾਲੀ ਦਲ ਨੂੰ ਕੀ ਹੋਇਆ, ਪਹਿਲਾਂ ਹੱਕ ਵਿੱਚ ਆਏ ਨੇ, ਬਾਅਦ ਚ ਵਿਰੋਧ ਕਰਨ ਲੱਗ ਪੈਂਦੇ ਨੇ। ਫਿਰ ਅਕਾਲੀ ਦਲ ਦਾ ਕਿੱਦਾਂ ਸਟੈਂਡ ਦੇਖਦੇ ਹੋ ਕਿ ਵਾਕਈ ਉਹਨਾਂ ਨੇ ਬੀਜੇਪੀ ਦਾ ਗੱਠਜੋੜ ਤੋੜ ਕੇ ਠੀਕ ਕੀਤਾ, ਲੋਕੀ ਉਹਨਾਂ ਨੂੰ 2022 ਦੇ ਵਿੱਚ ਮੱਥੇ ਲਗਾ ਲੈਣਗੇ? ਇਹ ਸਿਰਫ ਸਿਆਸਤ ਦੀ ਖੇਡ ਹੈ। ਅਕਾਲੀਆਂ ਨੇ ਤਾਂ ਹੀ ਤੋੜਿਆ ਵਾ, ਆ ਪਹਿਲਾਂ ਸਮਰਥਨ ਦਿੱਤਾ, ਜ਼ਰੂਰ ਦਿੱਤਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਨਹੀਂ ਸੀ ਲੱਗਿਆ ਵੀ ਇੰਨਾ ਵੱਡਾ ਰੋਹ ਆਊਗਾ। ਖਾਸ ਤੌਰ ਤੇ ਕਰੋਨਾ ਦੇ ਵੇਲੇ ਵੀ ਲੋਕ ਤਾਂ ਘਰਾਂ ਦੇ ਵਿੱਚ ਬੰਦ ਨੇ, ਕੀ ਕਰ ਲੈਣਗੇ ਬਾਹਰ ਆ ਕੇ ਨਾ। ਤੇ ਇਸ ਕਰਕੇ ਅਕਾਲੀ ਦਲ ਆ ਦੋਗਲਾ ਸਟੈਂਡ ਹੈ ਉਹਨਾਂ ਦਾ ਹੁਣ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਹਿਲਾਂ ਤਾਂ ਭਾਜਪਾ ਦਾ ਸਾਥ ਪੂਰਾ ਦਿੱਤਾ ਜਾ ਰਿਹਾ ਸੀ ਇੰਨੇ ਸਾਲਾਂ ਤੋਂ, ਉਹਨਾਂ ਦੀ ਗੋਦ ਦੇ ਵਿੱਚ ਬੈਠੇ ਉਹੀ ਸਾਰਾ ਕੁਝ ਕੀਤਾ ਕਿ ਪੰਜਾਬ ਨੂੰ ਇਹਨਾਂ ਨੇ ਨਹੀਂ ਲੁੱਟਿਆ, ਕਿ ਨਸ਼ਿਆਂ ਦੇ ਵਿੱਚ ਇਹਨਾਂ ਨੇ ਨਹੀਂ ਰੋਲਿਆ, ਕਿ ਸੰਘ ਦੇ ਨਾਲ ਮਿਲ ਕੇ ਉਹਨਾਂ ਦੇ ਪੈਰ ਪਸਾਰਨ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਲਿਆਉਣ ਦੇ ਵਿੱਚ ਇਹ ਨਹੀਂ ਜ਼ਿੰਮੇਵਾਰ। ਇਹ ਸਾਰਾ ਕੁਝ ਹੋਇਆ ਸਾਡੇ ਸਾਹਮਣੇ ਹੋਇਆ, ਪਰ ਹੁਣ ਉਹੀ ਅਕਾਲੀ ਦਲ ਬੜਾ ਇਮਾਨਦਾਰ ਬਣ ਕੇ ਨਿਕਲ ਰਿਹਾ ਹੈ ਵੀ ਕਿਉਂਕਿ ਵੋਟਾਂ ਨੇ 2022 ਦੀਆਂ ਚੋਣਾਂ ਦਾ ਮਸਲਾ ਹੈ, ਪਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਥਾਂ ਦਿਖਾ ਚੁੱਕੇ ਨੇ। ਲੋਕ ਨਹੀਂ ਇੰਨੇ, ਲੋਕ ਭੁੱਲਦੇ ਨਹੀਂ ਹੁੰਦੇ ਇਤਿਹਾਸ ਤੋਂ, ਲੋਕ ਸਿੱਖਦੇ ਹੁੰਦੇ ਆ। ਲੋਕਾਂ ਨੂੰ ਪਤਾ ਵੀ ਇਹਨਾਂ ਨੇ ਸਾਡੇ ਨਾਲ ਕੀਤਾ ਕੀ ਕੀਤਾ। ਲੋਕ ਇਹ ਵੀ ਦੇਖ ਰਹੇ ਨੇ ਵੀ ਕੈਪਟਨ ਕੀ ਕਰ ਰਿਹਾ, ਲੋਕ ਭਾਜਪਾ ਨੂੰ ਜਾਣਦੇ ਨੇ ਵੀ ਭਾਜਪਾ ਕੀ ਕਰ ਰਹੀ ਹੈ। ਇਸ ਕਰਕੇ ਭਾਵੇਂ ਇਹ ਸਿਆਸਤਦਾਨ ਭੁਲੇਖੇ ਪਾਲੀ ਬੈਠੇ ਨੇ ਵੀ ਅਸੀਂ ਸ਼ਾਇਦ ਪਾਰਟੀਆਂ ਪੂਟੀਆਂ ਬਦਲ ਕੇ ਮਾੜਾ ਮੋਟਾ ਲੋਕਾਂ ਨੂੰ ਬਹਿਲਾ ਫੁਸਲਾ ਲਵਾਂਗੇ, ਪਰ ਇਹ ਭੁਲੇਖੇ ਇਹਨਾਂ ਦੇ ਦੂਰ ਹੋ ਹੀ ਜਾਣੇ, 2022 ਚ ਵੀ ਹੋਈ ਜਾਣੇ। ਜਿਸ ਕਿ ਰਾਹੁਲ ਗਾਂਧੀ ਆ ਕੇ ਰੈਲੀ ਕਰਦੇ ਨੇ, 2 ਤੋਂ 3 ਦਿਨ ਇੱਥੇ ਪੰਜਾਬ 'ਚ ਮੌਜੂਦ ਰਹਿੰਦੇ ਨੇ, ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜਾ ਕੇ ਕਹਿ ਦਿੰਦੇ ਕਿ ਕਾਂਗਰਸ ਜਿਹੜੀ ਹੈ ਕਿਸਾਨਾਂ ਦੇ ਨਾਲ ਖੜੀ ਹੈ, ਅਸੀਂ ਕਿਸਾਨਾਂ ਦੇ ਨਾਲ ਖੜ ਕੇ ਬਿੱਲ ਦਾ ਵਿਰੋਧ ਕਰਦੇ ਹਾਂ। ਫਿਰ ਜੇ ਬਿੱਲ ਦਾ ਵਿਰੋਧ ਕਰਦੇ ਨੇ, ਸਵਾਲ ਵੀ ਉੱਠ ਜਾਂਦੇ ਨੇ ਕਿ ਰਾਹੁਲ ਗਾਂਧੀ ਉਸ ਸਮੇਂ ਕਿੱਥੇ ਗਏ ਸੀ ਜਦੋਂ ਬਿੱਲ ਪਾਸ ਕੀਤਾ ਗਿਆ ਸੀ, ਉਸ ਸਮੇਂ ਵੀ ਮੌਜੂਦ ਨਹੀਂ ਹੈਗੇ ਸੀ। ਫਿਰ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵੀ ਇੱਥੇ ਦੋਗਲਾਪਨ ਕਰ ਰਹੀ ਹੈ ਜਾਂ ਕਾਂਗਰਸ ਵਾਕਈ ਕਿਸਾਨਾਂ ਦੇ ਨਾਲ ਖੜੀ ਹੈ? ਕਾਂਗਰਸ ਵੀ ਦੋਗਲਾਪਨ ਕਰ ਰਹੀ ਹੈ, ਬਿਲਕੁਲ ਦੋਗਲਾ। ਜਿਹੜਾ ਰਾਹੁਲ ਗਾਂਧੀ ਇਹ ਕਹਿ ਰਿਹਾ ਵੀ ਮੈਂ ਆ ਕੇ ਇੱਥੇ ਕਿਸਾਨਾਂ ਦੇ ਨਾਲ ਖੜਾ ਵਾਂ, ਟਰੈਕਟਰ ਤੇ ਸੋਫਾ ਲਾ ਕੇ ਕੌਣ ਜਾਂਦਾ ਹੁੰਦਾ? ਮਤਲਬ ਮੂਰਖਤਾ ਹੈ ਵੀ ਕਿਸਾਨ ਨੇ ਜਿਹੜੇ ਉਹ ਸਾਰਾ ਦਿਨ, ਜਾਂ ਕੋਈ ਵੀ ਲੋਕ ਨੇ, ਲੋਕਾਂ ਦੇ ਸੰਘਰਸ਼ ਦੇ ਵਿੱਚ ਲੋਕਾਂ ਦੇ ਵਾਂਗੂ ਹੋਣਾ ਚਾਹੀਦਾ। ਬਾਕੀ ਇਹ ਸਰਕਾਰਾਂ ਇਹ ਹੈ ਨਹੀਂ, ਇਹੀ ਉਹ ਰਾਹੁਲ ਗਾਂਧੀ ਹੈ ਨਾ ਜਿਹੜਾ ਹੁਣ ਯੂਪੀ ਦੇ ਵਿੱਚ ਬਲਾਤਕਾਰ ਦੀ ਘਟਨਾ ਹੋਈ ਹੈ, ਉਹ ਮਨੀਸ਼ਾ ਲੜਕੀ ਦੇ ਪਰਿਵਾਰ ਨੂੰ ਜਾ ਕੇ ਜੱਫੀਆਂ ਪਾਉਂਦਾ, ਕਿ 84 ਦੇ ਵਿੱਚ ਨਹੀਂ ਕੁੜੀਆਂ ਦੀ ਪੱਤ ਰੋਲੀ ਗਈ ਸੀ, ਕਿ ਦਿੱਲੀ ਦੇ ਵਿੱਚ ਇਹਨਾਂ ਦੇ ਜਗਦੀਸ਼ ਟਾਈਟਲਰ ਵਰਗਿਆਂ ਨੇ ਨਹੀਂ ਉੱਥੇ ਜ਼ਿੰਮੇਵਾਰ, ਉਹ ਉੱਥੇ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਹੋਏ ਬਲਾਤਕਾਰ ਦੇ ਲਈ ਉਹਨਾਂ ਨੂੰ ਅੱਜ ਤੱਕ ਸਜ਼ਾਵਾਂ ਨਹੀਂ ਦਿੱਤੀਆਂ। 35 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ। ਇਹ ਸਿਰਫ ਖੇਡਾਂ ਹੁੰਦੀਆਂ ਨੇ ਜਿੱਥੇ ਕਿਤੇ ਸਾਨੂੰ ਥੋੜਾ ਜਿਹਾ ਹਮਦਰਦੀ ਮਿਲਦੀ ਹੈ, ਜਿੱਥੇ ਕਿਤੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਮੀਡੀਆ ਨੂੰ ਥੋੜਾ ਜਿਹਾ ਦਿਖਾਉਣਾ ਹੈ, ਡਿੱਗ ਕੇ ਜੇ ਦਿਖਾ ਲਿਆ, ਜੱਫੀਆਂ ਆਈਆਂ ਪਾਲੀਆਂ, ਲੋਕਾਂ ਦੇ ਵਿੱਚ ਜਾ ਕੇ 4 ਹੰਝੂ ਬਹਾਲੇ, ਇਹ ਬਹਾਨੇ ਆ ਸਾਰੇ, ਇਹ ਖੇਖਣ ਨੇ, ਇਹ ਸਿਰੇ ਦੇ ਐਕਟਰ ਨੇ, ਹੋਰ ਕੁਝ ਨਹੀਂ ਕਰਨਾ ਇਹਨਾਂ ਨੇ। ਕਾਂਗਰਸ ਵੀ, ਅਕਾਲੀ ਵੀ, ਭਾਜਪਾ ਵੀ, ਇਹ ਸਾਰੀਆਂ ਜਿਹੜੀਆਂ ਚੋਣੀ ਸਮੇਤ ਆਮ ਆਦਮੀ ਪਾਰਟੀ ਦੇ ਸਾਰੀਆਂ ਚੋਣੀ ਪਾਰਟੀਆਂ ਨੇ ਜਿਹੜੀਆਂ ਇਹ ਲੋਕਾਂ ਨੂੰ ਦਗਾ ਦੇ ਚੁੱਕੀਆਂ
ਚੁੱਕੀਆਂ ਨੇ, ਲੋਕਾਂ ਦੇ ਸਾਹਮਣੇ ਆ। ਬਸ ਇਹ ਇੱਕ ਦੂਜੇ ਨੂੰ ਪਤਾ ਨਹੀਂ ਕੀ ਖੇਡਾਂ ਹੀ ਖੇਡ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ। ਇਹਨਾਂ ਦਾ ਲੋਕਾਂ ਤੋਂ ਇਹਨਾਂ ਤੋਂ ਰੁੱਖ ਉੱਠ ਚੁੱਕਿਆ ਇਸ ਆਮ ਆਦਮੀ ਪਾਰਟੀ ਗੱਲ ਕਰ ਰਹੀ ਜਿਸ ਤਰੀਕੇ ਨਾਲ ਭਗਵੰਤ ਮਾਨ ਵੀ ਪੰਜਾਬ 'ਚ ਕਹਿੰਦੇ ਨੇ ਕਿ ਪੰਚਾਇਤ ਵਿੱਚ ਜਾ ਕੇ ਮਤੇ ਪਾਏ ਜਾਣ, ਉਸ ਤੋਂ ਬਾਅਦ ਇਹ ਬਿੱਲ ਜਿਹੜੇ ਹੈਗੇ ਨੇ ਉਹ ਵਿਰੋਧ ਦਰਜ ਕਰਾਉਣ ਆਪਣੇ ਜਾ ਕੇ ਲੋਕ। ਫਿਰ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ, ਕਿਉਂਕਿ ਕੱਲ੍ਹ ਵੀ ਗ੍ਰਿਫਤਾਰ ਹੋਏ ਨੇ ਖਰੜ ਵਿੱਚ ਜਾ ਕੇ, ਖਰੜ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ, ਉਹ ਵੀ ਪ੍ਰੋਟੈਸਟ ਕਰਨ ਜਾ ਰਹੀ ਸੀ ਸੀਐਮ ਦੀ ਕੋਠੀ ਵਾਲੇ ਪਾਸੇ। ਆਮ ਆਦਮੀ ਪਾਰਟੀ ਕਿੱਦਾਂ ਰੁੱਖ ਹੈਗਾ, ਆਪਣਾ ਵਿਰੋਧ ਤਾਂ ਦਰਜ ਕਰਵਾ ਦੇ ਨੇ, ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਵੀ ਸਟੈਂਡ ਲੈ ਦੇਣੀ ਕਿਤੇ ਨਾ ਕਿਤੇ? ਸਟੈਂਡ ਲੈਣਾ ਇੱਕ ਗੱਲ ਹੁੰਦੀ ਆ, ਪਰ ਅਸਲ ਵਿੱਚ ਲੋਕਾਂ ਦੇ ਲਈ ਕੰਮ ਕਰਨਾ ਦੂਜੀ ਗੱਲ ਹੁੰਦੀ ਆ। ਆਮ ਆਦਮੀ ਪਾਰਟੀ ਵੀ ਇੱਥੇ ਐਮਐਲਏ ਇਹਨਾਂ ਦੇ ਵੀ ਨੇ ਤੇ ਇੱਥੇ ਦਿੱਲੀ ਦੇ ਵਿੱਚ ਹੈਗੇ ਨੇ ਇਹ, ਕਿ ਉੱਥੇ ਜਦੋਂ ਔਰਤਾਂ ਜਾਂ ਉੱਥੇ ਜਦੋਂ ਲੋਕ ਸੰਘਰਸ਼ ਕਰਦੇ ਆ, ਉਹਨਾਂ ਤੇ ਡੰਡਾ ਚਲਾਉਣਾ, ਉਹਨਾਂ ਨੂੰ ਰੋਕਣਾ, ਉਹਨਾਂ ਨੂੰ ਬੇਰਹਿਮੀ ਨਾਲ ਕੁੱਟਣਾ, ਇਹ ਵੀ ਇਹੀ ਸਰਕਾਰ ਕਰਦੀ ਰਹੀ ਆ। ਉੱਥੋਂ ਦੇ ਹਾਲਾਤ ਕੋਈ ਬਹੁਤੇ ਬਿਹਤਰ ਨਹੀਂ ਹੋ ਗਏ ਨੇ। ਆਪਾਂ ਇਹ ਕਹਾਂਗੇ ਵੀ ਇਹ ਸਰਕਾਰੀ ਪਾਰਟੀਆਂ ਜਿਹੜੀਆਂ ਨੇ ਇੱਕ ਵਾਰ ਚੋਣਾਂ ਦਾ ਖੇਡ ਡਰਾਮਾ ਖੇਡ ਕੇ ਸੱਤਾ 'ਚ ਆ ਕੇ ਭੁੱਲ ਜਾਂਦੀਆਂ ਨੇ ਵੀ ਥੱਲੇ ਕੋਈ ਬੈਠਾ ਤੇ ਥੱਲੇ ਕਿਸੇ ਲਈ ਅਸੀਂ ਕੁਝ ਕਰਨਾ ਹੈ। ਇਸੇ ਪੈਂਤੜੇ ਤੋਂ ਆਪਾਂ ਇਹ ਕਹਿੰਦੇ ਹਾਂ ਵੀ ਇਹ ਸਾਰੀਆਂ ਜਿੰਨੀਆਂ ਚੋਣ ਬਟੋਰੂ ਪਾਰਟੀਆਂ ਨੇ ਅੱਜ ਦੇ ਸਮੇਂ ਦੇ ਵਿੱਚ, ਇਹ ਸਾਰੀਆਂ ਦੀਆਂ ਸਾਰੀਆਂ ਲੋਕ ਇਸੇ ਇੱਕੋ ਉਹਦੇ ਵਿੱਚ ਸ਼ਾਮਲ ਕਰਾਂਗੇ। ਹੁਣ ਜਦੋਂ ਰਾਮ ਮੰਦਿਰ ਦਾ ਫੈਸਲਾ ਆਉਂਦਾ ਹੈ ਤਾਂ ਕੀ ਕੇਜਰੀਵਾਲ ਨਹੀਂ ਕਹਿੰਦਾ ਵੀ ਅਸੀਂ ਇੱਥੇ ਵੀ ਮੰਦਿਰ ਬਣਾਵਾਂਗੇ, ਹਨੂਮਾਨ ਦੀ ਮੂਰਤੀ ਖੜੀ ਕਰਾਂਗੇ, ਇਹੋ ਜਿਹੀਆਂ ਚੀਜ਼ਾਂ ਵੀ ਇਹ ਸਿਰਫ ਉਹ ਆ ਵੀ ਲੁਕੇ ਹੋਏ ਆ ਅਸੀਂ। ਜੇ ਫਾਸੀਵਾਦੀ ਨੰਗੇ ਚਿੱਟੇ ਰੂਪ 'ਚ ਕਰ ਰਿਹਾ, ਕਾਂਗਰਸ ਟੇਬਲ ਦੇ ਥੱਲੇ ਕਰਦੀ ਆ, ਕੇਜਰੀਵਾਲ ਥੋੜਾ ਜਿਹਾ ਹੋਰ ਸੌਫਟ ਜਿਹਾ ਹੋ ਕੇ ਕਰਦਾ, ਫਰਕ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ। ਕਰਨਾ ਕੀ ਚਾਹੀਦਾ ਤੁਹਾਨੂੰ? ਚੰਗੇ ਸਕੂਲ, ਚੰਗੀ ਸਿੱਖਿਆ ਦਿਓ, ਤੁਸੀਂ ਚੰਗੀਆਂ ਸਿਹਤ ਸੁਵਿਧਾਵਾਂ ਦਿਓ, ਪੀਜੀ ਵਰਗੇ ਹਸਪਤਾਲ ਹਰ ਜ਼ਿਲ੍ਹੇ ਦੇ ਵਿੱਚ ਖੋਲ੍ਹੋ। ਇਹ ਸਾਰੀਆਂ ਚੀਜ਼ਾਂ ਤੋਂ ਸਾਰੇ ਭੱਜ ਜਾਂਦੇ ਆ ਜਦੋਂ ਗੱਲ ਆਉਂਦੀ ਹੈ। ਤਾਂ ਅਸਲ ਜਦੋਂ ਮੌਕਾ ਮਿਲਦਾ, ਲੋਕਾਂ ਦਾ ਕੋਈ ਉਬਾਲ ਜਿਹਾ ਉੱਠਦਾ, ਉਹਨੂੰ ਕਿਵੇਂ ਕੈਪਚਰ ਕਰਨਾ, ਉਹਨੂੰ ਕਿਵੇਂ ਡੀਰੇਲ ਕਰਨਾ, ਉਹਦੇ ਵਿੱਚੋਂ ਆਪਦਾ ਲਾਹਾ ਕਿਵੇਂ ਲੈਣਾ, ਸਿਰਫ ਇਹੀ ਚੀਜ਼ਾਂ ਇਹਨਾਂ ਦੇ ਉਹਦੇ ਵਿੱਚ ਨੇ। ਇਹਨਾਂ 'ਚੋਂ ਕਿਸੇ ਦਾ ਇਸ ਵੇਲੇ ਕੋਈ ਮਕਸਦ ਨਹੀਂ ਹੈਗਾ ਵੀ ਅਸਲ ਵਿੱਚ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ। ਨਹੀਂ ਤਾਂ ਕਰੋਨਾ ਦਾ ਕਾਲ ਆਇਆ ਸੀ ਕਿ ਇਹ ਕਿਹੜੇ ਲੀਡਰ ਆ ਜਿਹੜਾ ਜਾ ਕੇ ਉਹਨਾਂ ਬਸਤੀਆਂ ਦੇ ਵਿੱਚ ਜਾ ਕੇ ਖੜਿਆ? ਕਿਤੇ ਵੀ ਚਲੇ ਜਾਓ ਤੁਸੀਂ, ਆ ਹੱਲੋ ਮਾਜਰੇ ਅਸੀਂ ਰਾਸ਼ਨ ਵੰਡਿਆ ਉੱਥੇ ਨਾ, ਡੇਢ ਮਹੀਨਾ ਰਾਸ਼ਨ ਚੱਲਿਆ ਉੱਥੇ ਕੋਈ ਸਰਕਾਰੀ ਰਾਸ਼ਨ ਨਹੀਂ ਪਹੁੰਚਦਾ, ਕੋਈ ਸਰਕਾਰੀ ਬੰਦਾ ਨਹੀਂ ਪਹੁੰਚਦਾ। ਲੋਕ ਨੇ ਜਿਹੜੇ ਫੈਕਟਰੀਆਂ ਬੰਦ ਨੇ, ਘਰਾਂ ਦੇ ਅੰਦਰ ਕਮਰਿਆਂ ਦੇ ਵਿੱਚ 4-4 5-5 ਜਣੇ ਰਹਿੰਦੇ ਨੇ ਤੇ ਉਹਨਾਂ ਦੇ ਦਮ ਘੁੱਟ ਰਹੇ ਨੇ, ਸਿਰਫ ਪਾਣੀ ਦੇ ਸਹਾਰੇ ਜੀ ਰਹੇ ਨੇ। ਹੁਣ ਇਹੋ ਜਿਹੀਆਂ ਹਾਲਤਾਂ ਦੇ ਵਿੱਚ ਕੋਈ ਆ ਕੇ ਨਹੀਂ ਖੜਿਆ ਕਿਉਂਕਿ ਉਹ ਲੋਕ ਪੱਖੀ ਹੈ ਹੀ ਨਹੀਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਪਦੇ ਮਹਿਲਾਂ ਦੇ ਵਿੱਚ ਬੈਠ ਕੇ ਆਪਦੇ ਭੰਡਾਰਾਂ ਦੇ ਸਿਰ ਤੇ ਐਸ਼ ਕਰ ਰਹੇ ਸੀ। ਇੱਥੋਂ ਪਤਾ ਲੱਗਦਾ ਵੀ ਅਸਲ ਪਾਰਟੀਆਂ ਕਿਹੜੀਆਂ ਨੇ ਜਿਹੜੀਆਂ ਲੋਕਾਂ ਦੇ ਹੱਕ ਦੇ ਵਿੱਚ ਖੜਦੀਆਂ ਨੇ। ਇਸੇ ਕਰਕੇ ਇਹ ਸਾਰੀਆਂ ਪਾਰਟੀਆਂ ਨੂੰ ਆਪਾਂ ਇੱਕ ਪਾਸੇ ਹੀ ਖੜਾ ਕਰਾਂਗੇ ਕਿਉਂਕਿ ਲੋਕ ਵਿਰੋਧੀ ਪਾਰਟੀਆਂ ਨੇ, ਇਹਨਾਂ ਨੂੰ ਲੋਕਾਂ ਨੂੰ ਇਹਨਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ। ਹੁਣ ਜਿਸ ਤਰੀਕੇ ਨਾਲ ਸਿਆਸਤ ਪਾਰਟੀਆਂ ਇੱਥੇ ਅਲੱਗ-ਅਲੱਗ ਪ੍ਰੋਟੈਸਟ ਕਰ ਰਹੀਆਂ ਨੇ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੇਜਰੀਵਾਲ ਦਿੱਲੀ 'ਚ ਬੈਠੇ ਨੇ, ਭਗਵੰਤ ਮਾਨ ਪ੍ਰੋਟੈਸਟ ਕਰਦੇ ਨੇ, ਫਿਰ ਦਿੱਲੀ ਜਾ ਕੇ ਕਿਉਂ ਨਹੀਂ ਧਰਨਾ ਦਿੰਦੇ? ਜਾਂ ਰਾਹੁਲ ਗਾਂਧੀ ਦੀ ਗੱਲ ਕਰ ਲਈਏ, ਪੰਜਾਬ 'ਚ ਤਾਂ ਸਮੱਸਿਆ ਹੀ ਨਹੀਂ ਗੀ, ਬਿੱਲ ਤਾਂ ਦਿੱਲੀ 'ਚ ਜਾ ਕੇ ਬਣੇ ਨੇ, ਦਿੱਲੀ ਵਾਲੇ ਬਿੱਲ ਬਣਾਏ ਨੇ, ਉੱਥੇ ਜਾ ਕੇ ਕੋਈ ਨਹੀਂ ਪ੍ਰੋਟੈਸਟ ਕਰਦੇ। ਸਾਰੇ ਜਿੰਨੇ ਵੀ ਰਾਜਨੀਤੀ ਪਾਰਟੀਆਂ ਲੈ ਕੇ ਸਾਰੇ ਪੰਜਾਬ 'ਚ ਆ ਕੇ ਪ੍ਰੋਟੈਸਟ ਕਰਦੇ ਨੇ, ਕਿਉਂਕਿ ਇਕੱਠ ਤਾਂ ਪੰਜਾਬ 'ਚ ਹੋਣਾ ਨਾ, ਪਹਿਲਾਂ ਹੀ ਇਕੱਠ ਹੋਇਆ ਉਹਦੇ 'ਚ ਆ ਕੇ ਬਹਿਣਾ ਹੀ ਹੈ, ਦਿਖਾਉਣਾ ਵੀ ਸਾਡੇ ਨਾਲ ਕਿੰਨਾ ਸਾਰਾ ਬੰਦਾ ਆ ਗਿਆ। ਇਹ ਤਾਂ ਖੇਡਾਂ ਹੀ ਆ, ਜਿਵੇਂ ਵੀ ਅਸਲ ਵਿੱਚ ਕੁਝ ਕਰਨਾ ਹੁੰਦਾ ਤਾਂ ਉੱਥੇ ਕੀਤਾ ਜਾ ਹੀ ਸਕਦਾ ਸੀਗਾ, ਦਿੱਲੀ ਵਾਲੇ ਪਾਸੇ ਵੀ ਆ, ਕਿਤੇ ਵੀ ਕੀਤਾ ਜਾ ਸਕਦਾ ਸੀਗਾ ਆਪਦੇ ਤਰੀਕਿਆਂ ਨਾਲ। ਲੋਕਾਂ ਦੇ ਸੰਘਰਸ਼ ਚੱਲ ਰਹੇ ਨੇ, ਉਹਦੇ ਵਿੱਚ ਸਿਰਫ ਆਪਦਾ ਨਾਮ ਚਮਕਾਉਣਾ, ਬਸ ਇਹ ਤੋਂ ਹੋਰ ਕੋਈ ਗੱਲ ਨਹੀਂ। ਆਪਣਾ ਕੇਜਰੀਵਾਲ ਨਾ ਭਗਵੰਤ ਮਾਨ, ਨਾ ਹੀ ਰਾਹੁਲ ਗਾਂਧੀ, ਨਾ ਹੀ ਕਿਸੇ ਅਕਾਲੀਆਂ ਨੂੰ, ਕੁਛ ਨਹੀਂ। ਲੋਕ ਜਿਹੜੇ ਨੇ ਆਪ ਮੁਹਾਰੇ ਉੱਠੇ ਨੇ, ਲੋਕ ਜਥੇਬੰਦੀਆਂ ਦੇ ਸਿਰ ਤੇ ਸੰਘਰਸ਼ ਉੱਠੇ ਨੇ, ਜਿਹੜੇ ਅੱਜ ਵੱਡੀਆਂ ਗਿਣਤੀਆਂ ਦੇ ਵਿੱਚ ਆ ਰਹੇ ਨੇ ਮੂਰੇ, ਤੇ ਉਹਨਾਂ ਨੂੰ ਇਹ ਕਰਾਹੇ ਪਾਉਣ ਦਾ ਤਾਂ ਕੰਮ ਪਾ ਸਕਦੇ ਆ, ਪਰ ਇਹ ਸਹੀ ਰਾਹ ਤੇ ਲੈ ਕੇ ਜਾਣ ਦੀਆਂ ਇਹਨਾਂ ਤੋਂ ਉਮੀਦਾਂ ਨਹੀਂ ਹੈਗੀਆਂ। ਜਿਸ ਤਰ੍ਹਾਂ ਕੱਲ ਪਰਸੋਂ ਦੀ ਗੱਲ ਕਰੀਏ, ਪਰਸੋਂ ਵੀ ਧਰਨਾ ਲਗਾਇਆ ਗਿਆ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਪੁਲਿਸ ਵਾਲਿਆਂ ਨੇ ਉੱਥੇ ਲਾਠੀਆਂ ਵੀ ਮਾਰੀਆਂ ਨੇ, ਪਰ ਸੰਵਿਧਾਨ ਆਪਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਜੇ ਧਰਨਾ ਕਰ ਰਹੇ ਹਾਂ ਤੇ ਪੁਲਿਸ ਸਾਨੂੰ ਆ ਕੇ ਮਾਰੇ। ਤੇ ਦੂਸਰੇ ਪਾਸੇ ਹੁਣ ਭਾਜਪਾ ਦੇ ਲੀਡਰ ਕਹਿ ਰਹੇ ਨੇ ਕਿ ਜੇ ਤੁਸੀਂ ਸੜਕਾਂ ਰੋਕੋਗੇ, ਰੇਲਾਂ ਰੋਕੋਗੇ, ਫਿਰ ਪੁਲਿਸ ਆਪਣੀ ਕਾਰਵਾਈ ਕਰੇਗੀ। ਫਿਰ ਤੁਹਾਨੂੰ ਲੱਗਦਾ ਜੋ ਪੁਲਿਸ ਕਰ ਰਹੀ ਬਿਲਕੁਲ ਸਹੀ ਕਰ ਰਹੀ ਹੈ? ਪੁਲਿਸ ਉੱਥੇ ਕਿਉਂ ਨਹੀਂ ਕੁਛ ਕਰਦੀ ਜਦੋਂ ਯੂਪੀ ਦੇ ਵਿੱਚ ਉਹ ਕੁੜੀ ਦੇ ਨਾਲ ਬਲਾਤਕਾਰ ਹੁੰਦਾ ਹੈ, ਜਦੋਂ ਉੱਥੇ ਨਾਲ ਦੇ ਘਰ ਦੇ ਵਿੱਚ 12 ਪਿੰਡਾਂ ਦੀ ਜਿਹੜੀਆਂ ਸਵਰਨ ਪੰਚਾਇਤਾਂ ਨੇ, ਜਿਹੜੀਆਂ ਠਾਕੁਰਾਂ ਦੀਆਂ ਪੰਚਾਇਤਾਂ ਨੇ, ਉਹ ਬੈਠ ਕੇ ਕਹਿੰਦੀਆਂ ਨਹੀਂ ਵੀ ਅਸੀਂ ਤਾਂ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਇਨਸਾਫ ਦਿਵਾਉਣਾ ਹੈ ਜੀ, ਪੀੜਤਾ ਦੇ ਨਾਲ ਕੋਈ ਬਲਾਤਕਾਰ ਨਹੀਂ ਹੋਇਆ, ਇੱਥੇ ਕੁਛ ਨਹੀਂ, ਰੀੜ ਦੀ ਹੱਡੀ ਟੁੱਟ ਜਾਂਦੀ ਹੈ, ਕੁੜੀ ਦੀ ਜੀਭ ਕੱਟ ਦਿੱਤੀ ਜਾਂਦੀ ਆ, ਉੱਥੇ ਇਹ ਚੁੱਪ ਕਰਕੇ ਬੈਠੀਆਂ ਰਹਿੰਦੀਆਂ ਨੇ। ਮਤਲਬ ਇਹ ਪੁਲਿਸ ਫੌਜ ਆ ਜਿਹੜੀ, ਇਹ ਸਾਡੇ ਭੁਲੇਖੇ ਨਹੀਂ ਵੀ ਸਾਡੀ ਕੋਈ ਸੁਰੱਖਿਆ ਕਰ ਰਹੀ ਹੈ। ਇੱਥੇ ਯੂਪੀ ਦੇ ਵਿੱਚ ਬਲਾਤਕਾਰ ਦਾ ਕੇਸ ਲਿਖਾਉਣ ਗਏ ਪਿਤਾ ਦੇ ਨਾਲ, ਪਿਤਾ ਨੂੰ ਮਾਰ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ। ਇਹ ਉਹੀ ਸਰਕਾਰਾਂ ਨੇ, ਇਹ ਉਹਨਾਂ ਦੀਆਂ ਹੀ ਗੁੰਡਾ ਫੋਰਸਾਂ ਨੇ ਜਿਨ੍ਹਾਂ ਨੂੰ ਭਰਤੀ ਕੀਤਾ ਜਾਂਦਾ। ਇਸੇ ਕਰਕੇ ਪੁਲਿਸ ਫੌਜ, ਜੇ ਅਸੀਂ ਆਪਦੇ ਹੱਕ ਮੰਗਾਂਗੇ ਤਾਂ ਸਾਡੇ ਮੂਹਰੇ ਬੈਰੀਕੇਡ ਲਾ ਕੇ ਜ਼ਰੂਰ ਖੜੀ ਹੁੰਦੀ ਹੈ, ਪਰ ਇਹ ਪੁਲਿਸ ਫੌਜ ਉਹਨਾਂ ਉੱਤੇ ਕਾਰਵਾਈ ਨਹੀਂ ਕਰਦੀ ਜਿਨ੍ਹਾਂ ਨੂੰ ਸੱਚੀ ਮੁੱਚੀ ਜੇਲ੍ਹਾਂ ਦੇ ਵਿੱਚ ਹੋਣਾ ਚਾਹੀਦਾ। ਜਦੋਂ ਦੇਸ਼ ਦੇ ਵਿੱਚ ਪਾਰਲੀਮੈਂਟ ਆ ਜਿਹੜਾ ਉਹ ਗੁੰਡਿਆਂ ਵੱਲੋਂ ਚਲਾਇਆ ਜਾਵੇ, ਜਦੋਂ ਪਾਰਲੀਮੈਂਟ ਦੇ ਵਿੱਚ ਬਲਾਤਕਾਰੀ ਤੇ ਅਮਿਤ ਸ਼ਾਹ, ਮੋਦੀ ਵਰਗੇ ਜਿਹੜੇ ਨੇ 2002 ਦੀ ਕਤਲੇਆਮ ਲਈ ਜ਼ਿੰਮੇਵਾਰ ਨੇ, ਜਿਹੜੇ
ਸ਼ਰੇਆਮ ਇੱਥੇ ਇਹੋ ਜਿਹੇ ਭਾਸ਼ਣ ਦਿੰਦੇ ਨੇ, ਉਹ ਜਦੋਂ ਦੇਸ਼ ਦੇ ਪਾਰਲੀਮੈਂਟ ਨੂੰ ਚਲਾਉਣ, ਦੇਸ਼ ਨੂੰ ਚਲਾਉਣ, ਤਾਂ ਤੁਸੀਂ ਇਹਨਾਂ ਪੁਲਿਸ ਤੋਂ ਕੀ ਉਮੀਦਾਂ ਕਰ ਸਕਦੇ ਹੋ? ਲੋਕਾਂ ਨੂੰ ਸ਼ਾਇਦ ਉਹ ਓਨੇ ਘਿਨਾਉਣੇ ਲੱਗਦੇ, ਜਿਵੇਂ ਹੁਣ ਅੱਜ ਕੱਲ੍ਹ ਲੋਕਾਂ ਨੂੰ ਕੀ ਲੱਗਦਾ ਸੀ ਵੀ ਯਾਰ ਭਾਜਪਾ ਬੜਾ ਗੰਦ ਪਾ ਰਹੀ ਹੈ, ਸ਼ਾਇਦ ਕਾਂਗਰਸ ਹੀ ਚੰਗੀ ਸੀਗੀ। ਕਈ ਲੋਕਾਂ ਦੇ ਮੂੰਹ 'ਚ ਜਦੋਂ ਉਹ ਫਿਰ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਵੀ 84 ਤਾਂ ਕਾਂਗਰਸ ਵੇਲੇ ਹੀ ਹੋਇਆ ਸੀ, 47 ਇਹ ਸਾਰੀਆਂ ਜ਼ਿੰਮੇਵਾਰ ਸਰਕਾਰਾਂ ਹੀ ਨੇ। ਇਹੀ ਸਰਕਾਰਾਂ ਨੇ ਜਿਨ੍ਹਾਂ ਨੇ ਇੰਨੀਆਂ ਲੋਕ ਵਿਰੋਧੀ ਨੀਤੀਆਂ ਪਹਿਲਾਂ ਵੀ ਲੈ ਕੇ ਆਂਦੀਆਂ ਨੇ ਤੇ ਲੋਕਾਂ ਦੇ ਵਿਰੋਧ ਦੇ ਵਿੱਚ ਇਹ ਪਾਸ ਕਰਦੇ ਰਹੇ ਨੇ। ਹੁਣ ਸਾਨੂੰ ਦੂਜੇ ਸ਼ਾਇਦ ਥੋੜੇ ਵੱਧ ਚੰਗੇ ਲੱਗਣ ਲੱਗ ਜਾਂਦੇ ਨੇ, ਇਹ ਭੁਲੇਖੇ ਨੇ ਪੈ ਜਾਂਦੇ ਆ ਕਦੇ-ਕਦੇ, ਇਹ ਪਾਏ ਵੀ ਜਾਂਦੇ ਨੇ, ਕਿਉਂਕਿ ਜਦੋਂ ਲੋਕਾਂ ਤੱਕ ਅਸਲ ਸੱਚ ਕਦੇ ਪਹੁੰਚੂਗਾ ਹੀ ਨਹੀਂ। ਸਭ ਤੋਂ ਵੱਡਾ ਸੱਚ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਤੱਕ ਮੀਡੀਆ ਨੇ ਲੈ ਕੇ ਜਾਣਾ ਹੁੰਦਾ। ਜਦੋਂ ਮੀਡੀਆ ਸਿਰਫ ਬਲਾਈਂਡ ਸਾਈਡ ਕੀਤਾ ਪਿਆ ਮੀਡੀਆ ਅੱਜ ਦੇ ਸਮੇਂ 'ਚ ਵੀ ਸੰਘਰਸ਼ ਜਿਹੜੇ ਪੰਜਾਬ 'ਚ ਹੋ ਰਹੇ ਨੇ ਇਹ ਨਹੀਂ ਦਿਖਾ ਰਿਹਾ। ਮੀਡੀਆ ਸਿਰਫ ਇਹ ਦਿਖਾ ਰਿਹਾ ਵਾ ਬਈ ਦੀਪਿਕਾ ਪਾਦੂਕੋਣ ਉਹਦੇ ਕੋਲ ਮਾੜਾ ਜੀ ਡਰੱਗਸ ਮਿਲ ਗਈਆਂ, ਹੋਰ ਸੁਸ਼ਾਂਤ ਰਾਜਪੂਤ ਵਾਲਾ ਕੇਸ ਚੱਕ ਲਿਆ, ਹੋਰ ਕਿਸੇ ਦਾ ਕੁੱਤਾ ਬਿੱਲਾ ਮਰ ਗਿਆ, ਕੋਈ ਇਹੋ ਜਿਹੀਆਂ ਚੀਜ਼ਾਂ ਚੱਕ ਕੇ ਦਿਖਾਈ ਜਾਂਦਾ। ਮੀਡੀਆ ਕੋਲ ਖਬਰਾਂ ਬਣਾਉਣੀਆਂ ਪੈ ਰਹੀਆਂ ਉਹਨਾਂ ਨੂੰ ਤਾਂ ਕਿ ਆਹ ਸਾਰੀਆਂ ਚੀਜ਼ਾਂ ਲੁਕੀਆਂ ਰਹਿਣ। ਜੇ ਲੋਕਾਂ ਤੱਕ ਅਸਲ ਸੱਚ ਸਰਕਾਰਾਂ ਦਾ ਨਹੀਂ ਪਹੁੰਚੂਗਾ ਤਾਂ ਜ਼ਾਹਿਰਾ ਜੀ ਗੱਲ ਆ ਵੀ ਉਹ ਲੋਕਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨਣ ਦੇ ਵਿੱਚ, ਕਈ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨਣ ਲਈ ਇਹ ਸਰਕਾਰਾਂ ਕੰਮ। ਮੈਂ ਅਮਨ ਇੱਕ ਆਖਿਰ ਸਵਾਲ ਹੈ ਕਿ ਹੁਣ ਤੁਸੀਂ ਲੋਕਾਂ ਦੀ ਗੱਲ ਕੀਤੀ ਕਿ ਲੋਕੀ ਸਭ ਜਾਣਦੇ ਨੇ, ਆਪਾਂ ਦੇਖਦੇ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਫਿਰ ਲੋਕਾਂ ਦਾ ਕਸੂਰ ਮੰਨਦੇ ਹੋ ਜਦੋਂ ਆਪਣੇ ਇਹੀ ਰਾਜਨੇਤਾ ਜਦੋਂ ਪਿੰਡ ਵਿੱਚ ਜਾ ਕੇ ਇੱਕ ਸ਼ਰਾਬ ਦੀ ਬੋਤਲ ਦਿੰਦੇ ਨੇ, 500 ਰੁਪਏ ਦਿੰਦੇ ਨੇ, ਆਪਾਂ ਵੋਟ ਵੇਚ ਦਿੰਦੇ ਆ, ਫਿਰ ਉਹੀ ਵਿਅਕਤੀ ਆ ਕੇ ਕਹਿੰਦਾ ਕਿ ਮੇਰਾ ਕੰਮ ਨਹੀਂ ਹੁੰਦਾ ਪਿਆ, ਮੇਰਾ ਕੋਈ ਵੀ ਸਰਕਾਰੀ ਅਦਾਰਾ ਕੰਮ ਨਹੀਂ ਕਰਦਾ ਪਿਆ, ਉਹੀ ਵਿਅਕਤੀ ਕਹਿੰਦਾ ਜਿਹਨੇ ਵੋਟ ਵੇਚ ਦਿੱਤੀ ਹੁੰਦੀ ਹੈ। ਫਿਰ ਕਿਤੇ ਨਾ ਕਿਤੇ ਕਸੂਰ ਤਾਂ ਸਾਡਾ ਵੀ ਹੈਗਾ ਨਾ, ਅਸੀਂ ਵੋਟਾਂ ਕਿਉਂ ਵੇਚਦੇ ਆ? ਨਹੀਂ, ਕਸੂਰਵਾਰ ਤੋਂ ਵੱਧ ਮੈਂ ਕਹੂੰਗੀ ਵੀ ਲੋਕਾਂ 'ਚ ਭਰੋਸਾ ਛੱਡਣਾ ਨਹੀਂ ਚਾਹੀਦਾ। ਜੇ ਲੋਕ ਮੰਨ ਲਓ ਗਲਤੀਆਂ ਹੁੰਦੀਆਂ ਵੀ ਨੇ, ਹੁੰਦੇ ਨੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਵਿਕ ਜਾਂਦੇ ਨੇ ਇਹੋ ਜਿਹੀਆਂ ਚੀਜ਼ਾਂ ਦੇ ਲਈ ਵੋਟਾਂ ਦੇ ਖਾਤਰ। ਹੁਣ ਜਦੋਂ ਤੁਹਾਡੇ ਸਾਹਮਣੇ ਇੱਕ ਪਾਸੇ ਅਕਾਲੀ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਭਾਜਪਾ, ਇੱਕ ਪਾਸੇ ਆਪ ਆ, ਤਾਂ ਫਿਰ ਲੋਕਾਂ ਕੋਲ ਵੀ ਕਿਹੜੀ ਚੋਣ ਹੈ? ਵੀ ਇਹ ਸਾਰੀਆਂ ਪਾਰਟੀਆਂ ਦਾ ਇੰਨਾ ਬੇੜਾ ਗਰਕ ਹੋ ਚੁੱਕਿਆ ਵਾ। ਇਹਨਾਂ ਲੋਕਾਂ ਕੋਲ ਜਾਣਾ, ਇਹਨਾਂ ਨੂੰ ਸਮਝਾਉਣਾ, ਇਹਨਾਂ ਪਾਰਟੀਆਂ ਨੂੰ ਨੰਗਾ ਕਰਨਾ, ਇਹ ਅੱਜ ਕੰਮ ਬਣਦਾ ਤੇ ਖਾਸ ਤੌਰ ਤੇ ਨੌਜਵਾਨਾਂ ਦਾ ਕੰਮ ਬਣਦਾ, ਕਿਉਂਕਿ ਨੌਜਵਾਨਾਂ ਕੋਲ ਸਮਾਂ ਹੈ, ਨੌਜਵਾਨਾਂ ਕੋਲ ਸੂਝ-ਬੂਝ ਹੈ, ਨੌਜਵਾਨਾਂ ਦਾ ਉਹ ਸਾਰੀਆਂ ਚੀਜ਼ਾਂ ਤੱਕ ਅਪਰੋਚ ਹੈਗੀ ਆ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਪਾਸੇ ਰੱਖੀਆਂ ਜਾਂਦੀਆਂ ਨੇ। ਇਸ ਕਰਕੇ ਉਹ ਨੌਜਵਾਨ ਆ ਜਿਹੜਾ ਹੱਲ ਕੀ ਹੈ? ਤੁਸੀਂ ਗੱਲ ਕਰਦੇ ਵੀ ਕਿਸੇ ਪਾਰਟੀ ਕੋਲ ਨਹੀਂ ਜਾਣਾ ਚਾਹੀਦਾ, ਫਿਰ ਆਪਣਾ ਹੱਲ ਕੀ ਹੈ ਪੰਜਾਬ 'ਚ ਨੌਜਵਾਨਾਂ ਦਾ? ਕਿ ਨੌਜਵਾਨ ਆਪ ਰਾਜਨੀਤੀ ਵਿੱਚ ਆਉਣ, ਆਪ ਸਟੈਂਡ ਹੋਣ ਜਾ ਕੇ ਰਾਜਨੀਤੀ ਵਿੱਚ? ਨੌਜਵਾਨ ਜਿਹੜੇ ਨੇ, ਜਿਵੇਂ ਭਗਤ ਸਿੰਘ ਨੇ ਕਿਹਾ ਸੀ ਵੀ ਇੱਕ ਇਨਕਲਾਬ ਹੋਣਾ ਚਾਹੀਦਾ ਇੱਥੇ, ਇਹੋ ਜਿਹਾ ਇਨਕਲਾਬ ਜਿਹੜਾ ਇੱਕ ਮਨੁੱਖ ਤੋਂ ਦੂਜੇ ਦੀ ਲੁੱਟ ਖਤਮ ਕਰ ਦੇਵੇ, ਜਿਹੜਾ ਇੱਥੇ ਬਰਾਬਰਤਾ ਦੇ ਆਧਾਰਿਤ ਸਮਾਜ ਬਣਾ ਦੇਵੇ ਜਿੱਥੇ ਸਾਰਿਆਂ ਨੂੰ ਸਭ ਕੁਝ ਮਿਲੇ। ਤੇ ਇਹੀ ਉਹ ਸਮਾਜ ਹੈ ਜਿਹੜਾ ਜਿਹਦਾ ਸੁਪਨਾ ਭਗਤ ਸਿੰਘ ਨੇ ਇਹਨਾਂ ਨੌਜਵਾਨਾਂ ਦੇ ਦਮ ਤੇ ਲਿਆ ਸੀ। ਫਿਰ ਇਹੀ ਗੱਲ ਹੈ ਵੀ ਨੌਜਵਾਨ ਜਿਹੜੇ ਨੇ ਉਸ ਇਨਕਲਾਬ ਲਈ ਕੰਮ ਕਰਨ, ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਵੀ ਕਰਨ ਤੇ ਇੱਥੇ ਹਰ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਲਈ ਜਥੇਬੰਦ ਹੋ ਕੇ ਲੜਨ। ਬਿਨਾਂ ਜਥੇਬੰਦ ਹੋ ਕੇ ਕੁਝ ਨਹੀਂ ਲੜਿਆ ਜਾ ਸਕਦਾ, ਬਿਨਾਂ ਜਥੇਬੰਦੀਆਂ ਦੇ ਇੱਥੇ ਕਦੇ ਕੋਈ ਘੋਲ ਸਫਲ ਨਹੀਂ ਹੋਏ। ਅੱਜ ਜੇ ਲੋੜ ਆ ਸਭ ਤੋਂ ਵੱਧ ਵੀ ਉਹ ਨੌਜਵਾਨ ਜਿਹੜੇ ਨੇ, ਜਿਹੜੇ ਮਾੜੇ ਮੋਟੇ ਗਾਇਕਾਂ ਦੇ ਪਿੱਛੇ ਵੀ ਆ ਰਹੇ ਨੇ, ਉਹਨਾਂ ਨੂੰ ਸੂਝ-ਬੂਝ ਦਿੱਤੀ ਜਾਵੇ, ਉਹਨਾਂ ਦੇ ਨਾਲ ਮਿਲ ਕੇ ਵੱਡੀਆਂ ਜਥੇਬੰਦੀਆਂ ਉਸਾਰ ਕੇ ਇਹ ਸੱਤਾ ਜਿਹੜੀ ਸਾਡੇ ਉੱਤੇ ਲਗਾਤਾਰ ਜ਼ੁਲਮ ਕਰ ਰਹੀ ਆ, ਇਹਦੇ ਖਿਲਾਫ ਅੱਜ ਇੱਕ ਵੱਡੀ ਲੜਾਈ ਵਿੱਢਣ ਦੀ ਲੋੜ ਹੈ। ਫਿਰ ਤੁਹਾਨੂੰ ਲੱਗਦਾ ਕਿ ਭਗਤ ਸਿੰਘ ਕਿਤੇ ਵੀ ਉਹਨਾਂ ਦੀ ਆਤਮਾ ਹੁੰਦੀ ਹੋਏਗੀ, ਉਹ ਵੀ ਕਿਤੇ ਨਾ ਕਿਤੇ ਰੋਂਦੀ ਹੋਏਗੀ ਵੀ ਕਿਹੋ ਜਿਹੇ ਹੱਥਾਂ ਵਿੱਚ ਦੇਸ਼ ਚਲਾ ਗਿਆ, ਜਾਂ ਰਾਜਨੀਤੀ ਪਾਰਟੀਆਂ ਜਾਂ ਪੋਲੀਟੀਸ਼ੀਅਨ ਪਾਰਟੀਆਂ ਨੇ ਉਹਨਾਂ ਦਾ ਦੇਸ਼ ਆਜ਼ਾਦ ਕਰਾਇਆ ਸੀ, ਪਰ ਅਸੀਂ ਫਿਰ ਵੀ ਉਦੋਂ ਦੇ ਗੁਲਾਮ ਆ, ਚਾਹੇ ਪੋਲੀਟਿਕਸ ਪਾਰਟੀਆਂ ਨੇ, ਚਾਹੇ ਕਾਰਪੋਰੇਟ ਘਰਾਣੇ ਨੇ, ਚਾਹੇ ਕੋਈ ਵੱਡੇ ਆਦਮੀ ਆ। ਦੀ ਵੀ ਗੱਲ ਕਰ ਲਈ ਆਪਾਂ, ਭਗਤ ਸਿੰਘ ਨੇ ਤਾਂ ਉਦੋਂ ਹੀ ਕਹਿਤਾ ਸੀ 1931 ਚ ਫਾਂਸੀ ਲੱਗਣ ਤੋਂ ਪਹਿਲਾਂ ਵੀ ਜੇ ਆਜ਼ਾਦੀ ਗਾਂਧੀ ਨਹਿਰੂ ਦੇ ਹੱਥੋਂ ਆਉਂਦੀ ਆ ਫਿਰ ਇੱਥੇ ਆਜ਼ਾਦੀ ਨਹੀਂ ਹੋਊਗੀ, ਇੱਥੇ ਸਿਰਫ ਸੱਤਾ ਦੀ ਬਦਲੀ ਹੋਊਗੀ, ਇੱਥੇ ਸਿਰਫ ਰੰਗ ਬਦਲੂਗਾ ਸਾਡੇ ਹਾਕਮਾਂ ਦਾ, ਉਹ ਗੋਰਿਆਂ ਤੋਂ ਕਾਲੇ ਹੋ ਜਾਣਗੇ, ਭੂਰੇ ਹੋ ਜਾਣਗੇ, ਪਰ ਹਾਲਤਾਂ ਸਾਡੀਆਂ ਉਹੀ ਬਣੀਆਂ ਰਹਿਣਗੀਆਂ। ਤੇ ਇਹਦੇ ਬਾਰੇ ਉਹਨੇ ਸੁਚੇਤ ਕੀਤਾ ਸੀ ਵੀ ਸਾਨੂੰ ਇਹਨਾਂ ਦੇ ਪਿੱਛੇ ਲੱਗਣ ਤੋਂ ਰੁਕਣਾ ਚਾਹੀਦਾ, ਬਾਜ਼ ਆਉਣਾ ਚਾਹੀਦਾ। ਤੁਸੀਂ ਦੂਰਦਰਸ਼ਿਤਾ ਦੇਖੋ ਉਸ ਬੰਦੇ ਦੀ ਜਿਹਨੇ ਆਜ਼ਾਦੀ ਆਉਣ ਤੋਂ 15-16 ਸਾਲ ਪਹਿਲਾਂ ਇਹ ਗੱਲਾਂ ਲਿਖ ਕੇ ਗਿਆ ਆਪਣੀ ਫਾਂਸੀ ਤੋਂ ਪਹਿਲਾਂ, ਤੇ ਸਿਰਫ 23 ਸਾਲ ਦਾ ਸੀ ਉਹ ਨੌਜਵਾਨ। ਉਹਨੇ ਨੌਜਵਾਨਾਂ ਨੂੰ ਇਸੇ ਲਈ ਰਾਹ ਦਿਖਾਇਆ ਸੀ ਵੀ ਤੁਸੀਂ ਪਿੰਡਾਂ ਬਸਤੀਆਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੋ, ਲੋਕਾਂ ਦੇ ਦਮ ਉੱਤੇ ਲੋਕਾਂ ਦੀ ਸੱਤਾ ਆਊਗੀ, ਲੋਕ ਲੜਨਗੇ, ਇਨਕਲਾਬ ਲੈ ਕੇ ਆਉਣਗੇ। ਇਸ ਕਰਕੇ ਉਹਦਾ ਜੋ ਦਿਸ਼ਾ ਹੈ, ਜਿਵੇਂ ਭਗਤ ਸਿੰਘ ਦੀ ਆਪਦੀ ਮੌਤ ਤੋਂ ਪਹਿਲਾਂ ਉਹ ਇੱਕ ਚਿੱਠੀ ਲਿਖਦਾ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਇਹ ਮੈਨੂੰ ਵੀ ਜਿਉਣ ਦੀ ਆਸ ਹੈ ਪਰ ਮੇਰਾ ਅੱਜ ਮਰ ਜਾਣਾ ਮੇਰੇ ਵਰਗੇ ਹੋਰ ਬਥੇਰਿਆਂ ਨੂੰ ਜਨਮ ਦਊਗਾ। ਤੇ ਉਹੀ ਹੈ ਅੱਜ ਵੀ ਉਹਨਾਂ ਦਾ ਸੁਪਨਾ ਅਧੂਰਾ ਜ਼ਰੂਰ ਰਹਿ ਗਿਆ, ਪਰ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਹੁਣ ਜਾਗੇ ਨੇ, ਵਿੱਚ ਦੀ ਜਾਗੇ ਨੇ ਲੋਕ, ਤੇ ਅੱਜ ਲੋੜ ਆ ਵੀ ਲੋਕ ਜਾਗਣ, ਉਹਨਾਂ ਦੇ ਸੁਪਨਿਆਂ ਦੇ ਸਮਾਜ ਨੂੰ ਜ਼ਰੂਰ ਬਣਾਉਣ। ਜਿਸ ਤਰ੍ਹਾਂ ਮੇਰਾ ਆਖਿਰ ਸਵਾਲ ਹੈ ਕਿ ਧਰਨੇ ਚੱਲਦੇ ਨੇ, ਪ੍ਰੋਟੈਸਟ ਚੱਲਦੇ ਨੇ, ਨੌਜਵਾਨ ਆਉਂਦੇ ਨੇ, ਭਗਤ ਸਿੰਘ ਦੀ ਪੱਗ ਬੰਨ੍ਹ ਕੇ ਆਉਂਦੇ ਨੇ। ਮੈਂ ਇੱਕ ਪ੍ਰੋਟੈਸਟ ਜਾ ਕੇ ਦੇਖਿਆ ਵੀ ਕਿੱਥੇ ਜਿੱਥੇ ਰੋਸ ਪ੍ਰਦਰਸ਼ਨ ਹੋਦੇ ਨੇ, ਨੌਜਵਾਨ ਦੇ ਹੱਥ 'ਚ ਝੰਡਾ ਵੀ ਹੈਗਾ, ਭਗਤ ਸਿੰਘ ਵਰਗੇ ਆਉਂਦੇ ਨੇ ਤੇ ਕਹਿ ਵੀ ਦਿੰਦੇ ਕਿ ਅਸੀਂ ਭਗਤ ਸਿੰਘ ਦੇ ਹੀ ਵਾਰਿਸ ਹੈਗੇ ਆ। ਫਿਰ ਤੁਹਾਨੂੰ ਲੱਗਦਾ ਕਿ ਵਾਕਈ ਹੀ ਜਿਹੜਾ ਅੱਜ ਤੋਂ ਕੋਈ 70 ਸਾਲ ਪਹਿਲਾਂ ਚੀਜ਼ ਦੇਖੀ ਸੀ ਕਿ ਹਰ ਇੱਕ ਨੌਜਵਾਨ 'ਚ ਭਗਤ ਸਿੰਘ ਦਿਖਾਈ ਦਿੰਦਾ ਸੀ, ਅੱਜ ਉਹ ਲਹਿਰ ਚੱਲ ਪਈ ਹੈ
ਕਿਉਂਕਿ ਕਿਤੇ ਨਾ ਕਿਤੇ ਇੱਕ ਬੜਾ ਹੀ ਦਾਗ ਲੱਗਿਆ ਹੋਇਆ ਪੰਜਾਬ ਦੇ ਉੱਤੇ ਕਿ ਨੌਜਵਾਨ ਜਿਹੜਾ ਨਸ਼ੇ ਕਰਦਾ, ਨਸ਼ੇ ਵਾਲੇ ਪਾਸੇ ਜਾਂਦਾ, ਪਰ ਇਹ ਨੌਜਵਾਨਾਂ ਨੇ ਦੱਸਤਾ ਫਿਰ ਧਰਨੇ ਵਿੱਚ ਆ ਕੇ ਵੀ ਅਸੀਂ ਨਸ਼ੇ ਨਹੀਂ ਕਰਦੇ, ਅਸੀਂ ਵਾਕਈ ਭਗਤ ਸਿੰਘ ਦੇ ਵਾਰਿਸ ਹਾਂ। ਬਿਲਕੁਲ ਭਗਤ ਸਿੰਘ ਦੇ ਵਾਰਿਸ ਹੀ ਨੇ, ਪਰ ਉਹੀ ਭਗਤ ਸਿੰਘ ਦੇ ਵਾਰਿਸ ਜਿਹੜੇ ਆ ਕੇ ਇਹਨਾਂ ਜਥੇਬੰਦੀਆਂ ਨਾਲ ਖੜ ਕੇ ਇਹਨੂੰ ਰੋਹ ਨੂੰ ਅੱਗੇ ਲੈ ਕੇ ਜਾਣਾ ਵਾ। ਪਿਛਲੇ 20 ਸਾਲਾਂ ਦੇ ਵਿੱਚ ਇਹੋ ਜਿਹਾ ਠੰਡਾ ਦੌਰ ਸੀ, ਲੋਕ ਜਿਹੜੇ ਨੇ ਉਹਨਾਂ ਦੀ ਉਮੀਦਾਂ ਵੀ ਥੱਲੇ ਜਾ ਰਹੀਆਂ ਸੀ ਵੀ ਅੱਜ ਤਾਂ ਕੁਝ ਨਹੀਂ ਬਚਿਆ ਨੌਜਵਾਨਾਂ ਦੇ ਵਿੱਚ, ਪਰ ਸਾਰੀ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਦੀ ਨਹੀਂ ਹੁੰਦੀ। ਉਮੀਦਾਂ ਜ਼ਰੂਰ ਹੁੰਦੀਆਂ ਨੇ, ਮਤਲਬ ਕਦੇ-ਕਦੇ ਸਾਨੂੰ ਨਿਰਾਸ਼ਾ ਜ਼ਰੂਰ ਆਉਂਦੀ ਹੈ, ਪਰ ਅੱਜ ਦਾ ਸਮਾਂ ਇਹੋ ਜਿਹਾ ਵੀ ਉਬਾੜ ਦਾ ਸਮਾਂ ਹੈ ਤੇ ਕਿਉਂਕਿ ਸਰਕਾਰਾਂ ਦੇ ਹਰ ਰੋਜ਼ ਤਿੱਖੇ ਹੋ ਰਹੇ ਨੇ ਹਮਲੇ ਸਾਡੇ ਉੱਤੇ, ਇਸ ਕਰਕੇ ਅੱਜ ਲੋਕਾਂ ਦਾ ਵੀ ਰੋਹ ਆ ਜਿਹੜਾ ਉਹ ਤਿੱਖਾ ਹੁੰਦਾ ਜਾ ਰਿਹਾ ਤੇ ਜ਼ਰੂਰ ਜਿਹੜੇ ਸੰਘਰਸ਼ ਨੇ ਇਹਨਾਂ ਨੂੰ ਬੂਰ ਪਊਗਾ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ। ਜੇ ਇਸੇ ਤਰ੍ਹਾਂ ਲੋਕ ਲੜਦੇ ਰਹਿਣ, ਜੇ ਇਸੇ ਤਰ੍ਹਾਂ ਇਹ ਨੌਜਵਾਨ ਆ ਕੇ ਇਸ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਣ ਤਾਂ ਬਹੁਤ ਵੱਡੀਆਂ ਉਪਲਬਧੀਆਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ। ਇਸ ਤਰ੍ਹਾਂ ਸਾਡੇ ਨਾਲ ਅਮਨ ਲਲਕਾਰ ਤੋਂ ਤੁਸੀਂ ਸੁਣੀਏ ਕਿ ਜਿਸ ਤਰੀਕੇ ਨਾਲ ਵਿਦਿਆਰਥੀ ਜਿਹੜੇ ਉਹ ਵੀ ਨਾਲ ਹੈਗੇ ਨੇ, ਇੱਕ ਲਹਿਰ ਚੱਲੀ ਹੋਈ ਹੈ, ਪਰ ਜਿਸ ਤਰੀਕੇ ਨਾਲ ਇੱਕ ਮੈਂ ਜੋ ਆਖਰੀ ਸਵਾਲ ਕੀਤਾ ਕਿ ਪੰਜਾਬ ਉੱਤੇ ਦਾਗ ਲੱਗਿਆ ਹੋਇਆ ਕਿ ਨੌਜਵਾਨ ਜਿਹੜੇ ਨੇ ਨਸ਼ੇੜੀ ਨੇ, ਪਰ ਨਸ਼ੇੜੀ ਨਹੀਂ ਨੇ, ਇਹ ਵੀ ਕੰਨ ਖੋਲ ਕੇ ਸੁਣ ਲੈਣ ਜਿਹੜੇ ਇਲਜ਼ਾਮ ਲਗਾਉਂਦੇ ਨੇ। ਤੇ ਦੂਸਰੇ ਪਾਸੇ ਹਰ ਇੱਕ ਨੌਜਵਾਨ ਇਸ ਸਮੇਂ ਭਗਤ ਸਿੰਘ ਹੈ ਜੋ ਕਿ ਕਿਸਾਨਾਂ ਦੇ ਨਾਲ, ਆਪਣੇ ਬਾਪ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਧਰਨਾ ਵਿੱਚ ਜਾ ਰਿਹਾ ਹੈ।